ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। SYL ਦੇ ਮੁੱਦੇ ਦੀ ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਚਲੋ ਚੰਗੀ ਗੱਲ ਆ, ਸਟੈਂਡ ਲੈਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਕੀ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਕਰਦੇ ਹਾਂ ਪੰਜਾਬ ਦੀ ਸਮੀਖਿਆ। ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਜੋ ਕਿ ਇਸ ਸਮੇਂ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਹਰਜਿੰਦਰ ਜੀ, ਪੰਜਾਬ ਦੇ ਕਾਫੀ ਸਾਰੇ ਮਸਲਿਆਂ 'ਚ ਵਿਚਾਰਨੇ ਜੀ ਆਪਾਂ ਨੇ। ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਖਾਲਸਾ ਵਹੀਰ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸੋ ਕੀ ਅੱਜ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਕੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਅਜੇ ਹੋਣਾ ਹੈ? ਤੇ ਇਹ ਜਿਹੜਾ ਨਗਰ ਕੀਰਤਨ ਹੈ ਇਸ ਦਾ ਖਾਸ ਕਰਕੇ ਜਿਹੜਾ ਪ੍ਰਵਾਹ ਕਿਸ ਸਾਈਡ ਤੋਂ ਜਾਂ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ? ਜੀ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਅੱਜ ਸ਼ੁਰੂ ਹੋਣਾਗਾ ਉਹ ਸਵੇਰੇ 9 ਵਜੇ ਦਾ ਸਮਾਂ ਗਾ ਜਿਹੜਾ ਕਿ ਉੱਥੋਂ ਸ਼ੁਰੂ ਹੋਣਾ। ਤਾਂ ਉਸ ਦੇ ਵਿੱਚ ਇੱਕ ਉਹਨਾਂ ਨੇ ਅਹਿਮ ਜਿਹੜੀ ਕਿ ਗੱਲ ਦੱਸੀ ਗਈ ਹੈ, ਕਹਿੰਦੇ ਕਿ ਵੀ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ। ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਦਿਸ ਗਿਆ ਤਾਂ ਉਸ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇ, ਕਿਉਂਕਿ ਵਾਰਸ ਪੰਜਾਬ ਦੀ ਜਥੇਬੰਦੀ ਦਾ ਜੋ ਪੇਜ ਆ ਉਸ ਦੇ ਉੱਪਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਤਾਂ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਖਾਲਸਾ ਵਹੀਰ ਦੇ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਜਾ ਕੇ ਇਹਨਾਂ ਦਾ ਪਹਿਲਾ ਪੜਾਅ ਹੋਏਗਾ, ਜਿਸ ਪੜਾਅ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਤਾਂ ਸਵੇਰ ਦੇ ਸਮੇਂ ਉੱਥੇ ਅੰਮ੍ਰਿਤ ਸੰਚਾਰ ਕਰਕੇ ਫਿਰ ਅੱਗੇ ਜਿਹੜਾ ਪੜਾਅ ਹੋਊਗਾ ਬਾਬਾ ਬਕਾਲਾ ਸਾਹਿਬ ਦਾ ਤਾਂ ਉੱਥੋਂ ਰਵਾਨਾ ਹੋਵਾਂਗੇ। ਇਹ ਜਿਹੜੀ ਖਾਲਸਾ ਵਹੀਰ ਆ ਇਸ ਦਾ ਇੱਕ ਖਾਸ ਮਤਲਬ ਵੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਸਭਾ ਦੇ ਦਿਨ ਆ ਰਹੇ ਨੇ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਕਿ ਕਿਲ੍ਹਾ ਗਾ ਉੱਥੇ ਪਹੁੰਚਣਾ ਗਾ, ਜਿਹੜਾ ਕਿ 8 ਪੋਹ ਤੱਕ ਇਹਨਾਂ ਦਾ ਟਾਰਗੇਟ ਆ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਕਿਉਂਕਿ ਇਹ ਜਿਹੜੀ ਕਿ ਪਹਿਲੀ ਵਹੀਰ ਹੋਊਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 8 ਪੋਹ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਾਰਗ ਤੇ ਗਏ ਸੀ ਉਸੇ ਮਾਰਗ ਦੇ ਉੱਪਰ ਇਹਨਾਂ ਨੇ ਚਾਲੇ ਪਾ ਦੇਣੇ ਨੇ ਜੀ। ਗੱਲ ਕਰਦੇ ਹਾਂ ਜੀ ਅਗਲੀ ਖਬਰ ਤੇ। ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕੀ ਹੈ ਪੂਰੀ ਜਾਣਕਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਗਨ ਕਲਚਰ ਦੇ ਉੱਪਰ ਇੱਕ ਤਾਂ ਸ਼ਲਾਘਾਯੋਗ ਕਦਮ ਵੀ ਹੈ ਇਹ ਸਰਕਾਰ ਦਾ, ਜਿਹੜਾ ਕਿ ਸਰਕਾਰ ਨੇ ਇਹ ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਕਿ ਸਾਡੇ ਇੱਥੇ ਆਪਾਂ ਬਰਨਾਲਾ ਜ਼ਿਲ੍ਹੇ ਦੇ ਤਹਿਸੀਲ ਤਪਾ ਦੀ ਗੱਲ ਕਰਦੇ ਹਾਂ, ਤਪਾ ਤਹਿਸੀਲ ਦੇ ਵਿੱਚ ਵੀ ਜਿਹੜੇ 6 ਨੌਜਵਾਨ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ, 6 ਲੋਕਾਂ ਦੇ ਉੱਪਰ ਪਰਚਾ ਦਰਜ ਹੋਇਆ, ਕਿਉਂਕਿ ਅੱਜ ਹੀ ਖਬਰ ਜਿਹੜੀ ਕਿ ਉਹ ਸਾਹਮਣੇ ਆ ਰਹੀ ਆ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। ਜੇਕਰ ਅਸੀਂ ਗਨ ਕਲਚਰ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਹੀ ਹੋਣਾ ਕਿ ਪ੍ਰਮੋਟ ਕਰ ਰਹੇ ਸੀ ਜਿਹੜੇ ਗਨ ਕਲਚਰ ਨੂੰ, ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਫਾਇਰਿੰਗ ਮਾਰਦੇ ਸੀ ਜਾਂ ਫਾਇਰਿੰਗ ਕਰਦੇ ਸੀ, ਦਾਰੂ ਪੀਤੀ ਹੁੰਦੀ ਸੀ, ਸ਼ਰਾਬ ਪੀਤੀ ਹੁੰਦੀ ਸੀ, ਨਸ਼ੇ ਦੇ ਵਿੱਚ ਟੁੰਨ, ਕਈ ਤਾਂ ਕਤਲ ਵੀ ਹੋ ਗਏ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ। ਇਸ ਦੇ ਲਈ ਸਰਕਾਰ ਆ ਜਿਹੜੀ ਉਹ ਸ਼ਲਾਘਾਯੋਗ ਕਦਮ ਚੁੱਕ ਰਹੀ ਆ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਜਿਹੜੇ
ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ। ਗਨ ਕਲਚਰ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਕਿ ਖਤਮ ਕਰ ਦੇਣਾ ਚਾਹੀਦਾ ਸੀ, ਪਰ ਉਹ ਗਨ ਕਲਚਰ ਖਤਮ ਕਰਨਾ ਚਾਹੀਦਾ ਸੀ ਜਿਹੜੇ ਕਿ ਫੁਕਰਬਾਜ਼ੀਆਂ ਦੇ ਵਿੱਚ ਫਾਇਰ ਕਰਦੇ ਨੇ ਜਾਂ ਜਿਹੜੇ ਫੁਕਰਬਾਜ਼ੀਆਂ ਦੇ ਵਿੱਚ ਕਤਲ ਕਰ ਜਾਂਦੇ ਨੇ, ਉਹ ਗਨ ਕਲਚਰ ਨੂੰ ਖਤਮ ਕਰਨਾ ਸੀ। ਜੇਕਰ ਸਰਕਾਰ ਨੇ ਹੁਣ ਕਦਮ ਚੁੱਕਿਆ, ਚਲੋ ਦੇਰ ਆਏ ਦਰੁਸਤ ਆਏ, ਚੰਗੀ ਗੱਲ ਆ ਜੀ, ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ, ਜੇ ਇਹੀ ਕਦਮ ਅੱਜ ਤੋਂ 10 ਸਾਲ ਜਾਂ 20 ਸਾਲ ਪਹਿਲਾਂ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਸਾਡੇ ਵਿੱਚ ਸਾਡੇ ਜਿਹੜੇ ਸਿੰਗਰ ਨੇ, ਸਿੱਧੂ ਮੂਸੇਵਾਲਾ ਹੋ ਗਿਆ ਜਾਂ ਜਿਵੇਂ ਕਿ ਸੰਦੀਪ ਨੰਗਲੰਬੀਆਂ ਹੋ ਗਏ ਜਿਹੜੇ ਕਿ ਪਲੇਅਰ ਨੇ, ਸ਼ਾਇਦ ਉਹ ਅੱਜ ਸਾਡੇ ਵਿੱਚੋਂ ਨਾ ਜਾਂਦੇ। ਤਾਂ ਇਹ ਇਸ ਦੇ ਉੱਪਰ ਕਾਫੀ ਸਮਾਂ ਪਹਿਲਾਂ ਜਿਹੜੀ ਕਿ ਗੌਰ ਕਰ ਲੈਣੀ ਚਾਹੀਦੀ ਸੀ। ਤੇ ਦੂਸਰੇ ਪਾਸੇ ਜਿਹੜੀ ਕਿ ਗਨ ਕਲਚਰ ਆ, ਗਨ ਕਲਚਰ ਦਾ ਇੱਕ ਅਜਿਹਾ ਦੌਰ ਚੱਲ ਪਿਆ ਕਿ ਹਰ ਇੱਕ ਹੱਥ ਦੇ ਵਿੱਚ ਫੜ ਕੇ ਫੁਕਰਪੰਥੀ ਦਿਖਾਉਣੀ ਲਾਜ਼ਮੀ ਸਮਝਦਾ। ਪਰ ਦੂਸਰੇ ਪਾਸੇ ਗਨ ਕਲਚਰ ਦੀ ਜਦੋਂ ਗੱਲ ਹੁੰਦੀ ਆ ਤਾਂ ਜਿਹੜੇ ਹਥਿਆਰ ਆਪਣੀ ਆਤਮ ਰੱਖਿਆ ਦੇ ਲਈ ਰੱਖੇ ਜਾਂਦੇ ਨੇ ਤਾਂ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ, ਉਹਨਾਂ ਦਾ ਪੂਰਾ ਵੈਰੀਫਾਈ ਕਰਕੇ ਉਹਨਾਂ ਨੂੰ ਲਾਇਸੈਂਸ ਆ ਜਿਹੜੇ ਉਹ ਤਾਂ ਕਰਕੇ ਹੀ ਮੁਹੱਈਆ ਕਰਵਾਉਣੇ ਚਾਹੀਦੇ ਨੇ ਜੀ। ਅਗਲੀ ਖਬਰ ਤੇ ਗੱਲ ਕਰਦੇ ਹਾਂ ਜੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਮੰਗ ਕੀਤੀ ਹੈ ਜੀ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੀ ਜਾਵੇ। ਕੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ? ਜੀ, ਹਲੇ ਤੱਕ ਕੋਈ ਪ੍ਰਤੀਕਿਰਿਆ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ, ਪਰ ਦੂਸਰੇ ਪਾਸੇ ਜਿਹੜਾ ਕਿ ਸਿਆਸਤ ਹੈ ਇਸ ਮੁੱਦੇ ਦੇ ਉੱਪਰ ਕਾਫੀ ਗਰਮ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਸਿਆਸਤ ਦੇ ਵਿੱਚ ਹਰ ਇੱਕ ਵਿਰੋਧੀ ਪਾਰਟੀ ਇਸ ਦੇ ਉੱਪਰ ਜਿਹੜਾ ਕਿ ਨਿਸ਼ਾਨੇ ਸਾਧ ਰਹੀ ਆ, ਕਿਉਂਕਿ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ, ਵਿਰੋਧੀ ਪਾਰਟੀਆਂ ਦਾ ਹੱਕ ਵੀ ਆ ਕਿ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਯਾਦ ਕਰਵਾਇਆ ਜਾਵੇ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ। ਇਹ ਛੋਟੇ ਹੁੰਦੇ ਜਿਹੜੀਆਂ ਕਿ ਕਹਾਵਤਾਂ ਸੀ ਉਹ ਪੜ੍ਹਦੇ ਰਹੇ ਆ, ਪਰ ਜਿਹੜਾ ਚੰਡੀਗੜ੍ਹ ਆ ਉਹ ਹਮੇਸ਼ਾ ਪੰਜਾਬ ਦਾ ਹੀ ਰਿਹਾ ਗਾ। ਜੇ ਅਸੀਂ ਗੱਲ ਕਰਦੇ ਹਾਂ, ਹਰਿਆਣੇ ਦੀ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਨੂੰ 10 ਏਕੜ ਜਿਹੜੀ ਜ਼ਮੀਨ ਆ ਉਹ ਵਿਧਾਨ ਸਭਾ ਬਣਾਉਣ ਦੇ ਲਈ ਦਿੱਤੀ ਜਾਵੇ। ਤਾਂ ਦੂਸਰੇ ਪਾਸੇ ਜਿਹੜੀਆਂ ਕਿ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜੀ 10 ਏਕੜ ਦੀ ਉਹ ਮੰਗ ਕਰ ਰਹੇ ਨੇ ਉਹ ਪੰਚਕੂਲੇ ਦੇ ਵਿੱਚ ਕਿਉਂ ਨਹੀਂ ਬਣਾ ਲੈਂਦੇ ਜੀ, ਜਿਹੜੀ ਕਿ ਆਪਣੀ ਵਿਧਾਨ ਸਭਾ ਜੇਕਰ ਉਹਨਾਂ ਨੂੰ ਅਲੱਗ ਚਾਹੀਦੀ ਆ। ਜਿਹੜਾ ਚੰਡੀਗੜ੍ਹ ਆ, ਵਿਰੋਧੀ ਪਾਰਟੀ ਨੇ ਕਹਿਣਾ ਹੈ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਗਿਆ ਇੱਕ ਸ਼ਹਿਰ ਸੀ, ਪੰਜਾਬ ਦੀ ਰਾਜਧਾਨੀ ਸੀ। 1966 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੁੰਦੀ ਆ ਤਾਂ ਉਦੋਂ ਪੰਜਾਬ ਦੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਜਾਂਦੇ ਆ, ਪੰਜਾਬ ਦੇ ਕੋਲੋਂ ਚੰਡੀਗੜ੍ਹ ਆ ਜਿਹੜਾ ਉਸ ਨੂੰ ਯੂਟੀ ਬਣਾ ਦਿੱਤਾ ਜਾਂਦਾ, ਪੰਜਾਬ ਦੇ ਕੋਲੋਂ ਜਿਹੜਾ ਕਿ ਹਰਿਆਣਾ ਹਿਮਾਚਲ ਆ ਉਹ ਵੱਖ ਕਰ ਦਿੱਤੇ ਜਾਂਦੇ ਆ। ਤਾਂ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਸਿਆਸਤ ਲਾ ਲਓ ਜਾਂ ਫਿਰ ਇਸ ਨੂੰ ਤੁਸੀਂ ਇਹ ਲਾ ਲਓ ਕਿ ਜਦੋਂ ਇਲੈਕਸ਼ਨਾਂ ਦਾ ਟਾਈਮ ਹੁੰਦਾ ਉਦੋਂ ਤਾਂ ਇਹ ਮੁੱਦੇ ਉਭਾਰੇ ਹੀ ਜਾਂਦੇ ਨੇ, ਬੇਸ਼ੱਕ ਉਹ ਪਾਣੀਆਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ ਜੀ। ਜੇਕਰ ਗੱਲ ਕੀਤੀ ਜਾਵੇ ਪਾਣੀਆਂ ਦੇ ਮੁੱਦੇ ਦੀ, SYL ਦੇ ਮੁੱਦੇ ਦੀ, ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਪਿਛਲੇ ਦਿਨੀ ਜਿਹੜੀ ਕਿ ਮੀਟਿੰਗ ਹੋਈ ਹੈਗੀ ਦੋਨੋਂ ਮੁੱਖ ਮੰਤਰੀ ਦੀ, ਪੰਜਾਬ ਦੇ ਮੁੱਖ ਮੰਤਰੀ ਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿ ਪੰਜਾਬ ਦੇ ਕੋਲ ਹਰਿਆਣੇ ਦੇ ਲਈ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਰ ਉੱਥੇ ਹੀ ਜਦੋਂ ਤੁਸੀਂ ਇੱਕ ਭਾਸ਼ਣ ਸੁਣਿਆ ਹੋਣਾ, ਸਿੱਧੂ ਮੂਸੇਵਾਲੇ ਦਾ ਗੀਤ ਵੀ ਆਉਂਦਾ SYL ਦੇ ਵਿੱਚ ਉਹਨਾਂ ਦਾ ਹਰਿਆਣੇ ਦਾ ਜਿਹੜਾ ਕਿ ਇੱਕ ਮੇਨ ਬੰਦਾ ਹੁੰਦਾ ਆਮ ਆਦਮੀ ਪਾਰਟੀ ਦਾ, वो ये कहना नजर आता कि पंजाब में हमारी सरकार बन गई है, हरियाणा में हमारी सरकार बनेगी, 2024 में हर एक खेत में पानी की बूंद बूंद होगी। तो ਇਹਦਾ ਜਿਹੜਾ ਕਿ ਮਤਲਬ ਉਹ ਕੀ ਬਣਦਾ, ਉੱਥੇ ਕਿਉਂ ਨਹੀਂ ਸਟੈਂਡ ਲੈ ਰਹੇ ਮੁੱਖ ਮੰਤਰੀ ਸਾਹਿਬ? ਇੱਕ ਵਾਰ ਉਹਨਾਂ ਨੇ ਇਹ ਕਹਿਤਾ ਗਾ ਕਿ ਅਸੀਂ SYL ਦੇ ਰਾਹੀਂ ਪਾਣੀ ਨਹੀਂ ਦੇਵਾਂਗੇ, ਪਰ ਜਿਹੜਾ ਦੂਸਰਾ ਪਾਣੀ ਜਾ ਰਿਹਾ, ਜਿੱਦਾਂ ਕਿ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਤੁਸੀਂ ਇਹ ਦੇਖੋ ਕਿ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ। ਪਾਣੀਆਂ ਦਾ ਮੁੱਦਾ ਕੋਈ ਇਦਾਂ ਨਹੀਂ ਹੈਗਾ ਜਿਵੇਂ ਕਿ ਹੁਣ ਜਿਹੜੇ ਵੱਡੇ ਸਾਇੰਸਦਾਨ ਨੇ ਜਾਂ ਜਿਹੜੇ ਵੱਡੇ ਸਮਾਜ ਸੇਵੀ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪੰਜਾਬ ਦੇ ਵਿੱਚ ਜਵਾਨੀ ਵੀ ਆ ਜਿਹੜੀ ਉਹ 15 ਸਾਲ ਦੀ ਰਹਿ ਗਈ ਆ, ਜਿਹੜਾ ਪਾਣੀ ਆ ਉਹ ਵੀ 15 ਸਾਲ ਦਾ ਰਹਿ ਗਿਆ। ਜਵਾਨੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਵੀ ਗੱਲ ਹੋ ਰਹੀ ਆ, ਤਾਂ ਡਾਕਟਰ ਧਰਮਵੀਰ ਗਾਂਧੀ ਵੀ ਇਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਪੰਜਾਬ ਆ ਉਸ ਨੂੰ ਬੰਜਰ ਬਣਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ। ਪੰਜਾਬ ਜਿਹੜਾ ਕਿ ਹਮੇਸ਼ਾ ਹਿੱਕ ਡਾ ਕੇ ਲੜਦਾ ਰਿਹਾ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੀ।
ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੋ ਕਿ 5 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ, ਕਿਸਾਨ ਮੋਰਚੇ ਦੇ ਆਗੂ ਨੇ। ਸੋ ਉਹਨਾਂ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੱਥੇ ਅਸੀਂ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਰਹੇ ਹਾਂ, ਸਾਡੀਆਂ ਮੰਗਾਂ ਸੀ ਜਿਹੜੀਆਂ ਉਹ ਦਿੱਲੀ ਸਰਕਾਰ ਤੋਂ ਸੀ, ਉੱਥੇ ਓਨੀਆਂ ਹੀ ਮੰਗਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਪਾਰਟੀ ਤੋਂ ਨੇ। ਤਾਂ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਏ ਨੇ। ਤਾਂ ਕੱਲ ਜਦੋਂ ਉਹਨਾਂ ਦੇ ਕੋਲ ਕੁਲਤਾਰ ਸਿੰਘ ਸੰਧਵਾਂ ਜੀ ਪਹੁੰਚੇ ਤਾਂ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਉਹਨਾਂ ਨੇ ਇਹੋ ਹੀ ਗੱਲਾਂ ਕਰੀਆਂ। ਤਾਂ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰੀ ਤਾਂ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉਹਨਾਂ ਦਾ ਕੋਈ ਰੁੱਖ ਨਹੀਂ ਲੱਗਿਆ ਕਿ ਉਹ ਸਰਕਾਰ ਦੇ ਵੱਲੋਂ ਆਏ ਨੇ, ਉਹ ਤਾਂ ਇੱਕ ਆਮ ਭਾਈਚਾਰਾ ਨਿਭਾਉਣ ਆਏ ਨੇ। ਉੱਥੇ ਹੀ ਕੁਲਤਾਰ ਸਿੰਘ ਸੰਧਵਾਂ ਜਿਹੜੇ ਕਿ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ, ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਅਸੀਂ ਆਪਣੇ ਭਾਈਚਾਰੇ ਦੇ ਤੌਰ ਤੇ ਆਏ ਹਾਂ, ਤਾਂ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਗੌਰ ਕਰਾਂਗੇ ਜੀ। ਤਾਂ ਦੂਸਰੇ ਪਾਸੇ ਜਦੋਂ ਅਸੀਂ ਡੱਲੇਵਾਲ ਦੇ ਨਾਲ ਗੱਲ ਕਰਦੇ ਹਾਂ ਤਾਂ ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੰਨਾ ਟਾਈਮ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਮਰਨ ਵਰਤ ਨਹੀਂ ਤੋੜਾਂਗੇ। ਤਾਂ ਉੱਥੇ ਹੀ ਡੱਲੇਵਾਲ ਦਾ ਇਹ ਵੀ ਕਹਿਣਾ ਗਾ ਕਿ ਜੇਕਰ ਸਾਨੂੰ ਧੱਕੇ ਨਾਲ ਜਾਂ ਸਾਨੂੰ ਇੱਦਾਂ ਕੋਈ ਚੁੱਕ ਕੇ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕਰੇਗਾ, ਜਾਂ ਡਾਕਟਰਾਂ ਦੀ ਟੀਮ ਵੀ ਆਈ ਸੀ ਤਾਂ ਉਹਨਾਂ ਨੇ ਡਾਕਟਰਾਂ ਦੀ ਟੀਮ ਨੂੰ ਵੀ ਸਾਫ਼ ਜਵਾਬ ਦੇ ਦਿੱਤਾ ਕਿ ਇਸ ਜਿੰਨਾ ਟਾਈਮ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਦੇ ਉੱਪਰ ਡੱਲੇਵਾਲ ਸਾਹਿਬ ਅੜੇ ਹੋਏ ਨੇ, ਫਰੀਦਕੋਟ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਨੇ, ਭੁੱਖ ਮਰਨ ਵਰਤ ਤੇ ਬੈਠੇ ਨੇ, ਤਾਂ ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਸਾਡੀਆਂ ਮੰਗਾਂ ਜਿੰਨਾ ਟਾਈਮ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਇੱਥੋਂ ਜਿਹੜਾ ਕਿ ਇਹ ਧਰਨਾ ਜਾਂ ਮਰਨ ਵਰਤਾ ਨਹੀਂ ਤੋੜਾਂਗੇ। ਜੀ ਬਿਲਕੁਲ, ਡੱਲੇਵਾਲ ਜੀ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਨੇ ਉਹਨਾਂ ਨਾਲ ਕੋਝੀ ਸਾਜ਼ਿਸ਼ ਕੀਤੀ ਹੈ, ਕੋਝੀ ਚਾਲ ਚੱਲੀ ਹੈ ਕਿ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਨਹੀਂ, ਫਿਲਹਾਲ ਦੇ ਲਈ ਇਕੱਲੇ ਡੱਲੇਵਾਲ ਸਾਹਿਬ ਹੀ ਨੇ। ਤਾਂ ਉਹਨਾਂ ਦੇ ਹਮਾਇਤ ਦੇ ਵਿੱਚ ਹਲੇ ਤੱਕ ਕੋਈ ਵੀ ਆਗੂ ਨਹੀਂ ਨਿੱਤਰ ਕੇ ਸਾਹਮਣੇ ਆਇਆ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਸੀ ਉਦੋਂ ਜਿਹੜੀਆਂ ਪੰਜਾਬ ਦੀਆਂ 32 ਤੇ 30 ਜਥੇਬੰਦੀਆਂ ਸੀ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਦਿਸੀਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਜਿਹੜਾ ਅੰਦੋਲਨ ਆ ਉਹ ਪੰਜਾਬ ਦੇ ਲਈ ਫਤਿਹ ਮਾਰਚ ਦੇ ਰੂਪ ਦੇ ਵਿੱਚ ਵਾਪਸ ਆਇਆ, ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਪਾਰਟੀਆਂ ਸੀ ਜਾਂ ਜਿਹੜੀਆਂ ਜਥੇਬੰਦੀਆਂ ਸੀ ਇਹ ਅਲੱਗ-ਅਲੱਗ ਹੋ ਗਈਆਂ ਸੀ। ਇਹਨਾਂ ਦੀ ਵਿਚਾਰਧਾਰਾ ਜਦੋਂ ਇਹਨਾਂ ਨੂੰ ਸਵਾਲ ਕਰਦੇ ਤਾਂ ਇਹ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਅਲੱਗ ਆ, ਉਹਨਾਂ ਦੀ ਵਿਚਾਰਧਾਰਾ ਅਲੱਗ ਆ। ਇੱਕ ਝੰਡੇ ਥੱਲੇ ਕਦੇ ਵੀ ਇਹ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਇਹ ਜਥੇਬੰਦੀਆਂ ਇਕੱਠੀਆਂ ਹੋਣ ਦਾ ਕਾਰਨ ਇਹ ਸੀ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਵੀ ਆਪੋ ਆਪਣੇ ਝੰਡੇ ਲੈ ਕੇ ਗਏ ਸੀ ਇਹ। ਤਾਂ ਇਹਨਾਂ ਦਾ ਇਕੱਠੇ ਹੋਣ ਦਾ ਇਹੋ ਕਾਰਨ ਸੀ ਕਿ ਅੱਜ ਪੰਜਾਬ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਚਾਉਣ ਦੀ ਲੋੜ ਆ। ਦਿੱਲੀ ਦੇ ਬਾਰਡਰਾਂ ਤੇ ਇਸੇ ਕਰਕੇ ਇਕੱਠੇ ਹੋ ਕੇ ਬੈਠੇ ਸੀ। ਪਰ ਡੱਲੇਵਾਲ ਦੇ ਹੱਕ ਦੇ ਵਿੱਚ ਹਲੇ ਤੱਕ ਕੋਈ ਵੀ ਕਿਸਾਨ ਲੀਡਰ ਜਾਂ ਕੋਈ ਵੀ ਕਿਸਾਨ ਆਗੂ ਨਹੀਂ ਨਿਤਰਿਆ। ਤਾਂ ਦੂਸਰੇ ਪਾਸੇ ਜਿਹੜੇ ਦੂਸਰੇ ਕਿਸਾਨ ਆਗੂ ਨੇ ਉਹਨਾਂ ਦਾ ਇਹੋ ਕਹਿਣਾ ਗਾ ਕਿ ਅਸੀਂ 30 ਦਸੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਚੰਡੀਗੜ੍ਹ ਨੂੰ ਜਾਵਾਂਗੇ ਤੇ 26 ਨਵੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਉਹ ਗਵਰਨਰ ਹਾਊਸ ਵੱਲ ਕੂਚ ਕਰਾਂਗੇ ਜਦੋਂ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ। ਤਾਂ ਦੂਸਰੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਜਦੋਂ ਦਿੱਲੀ ਦੇ ਬਾਰਡਰਾਂ ਤੋਂ ਇਹ ਵਾਪਸ ਪਰਤੇ ਤਾਂ ਆਉਂਦਿਆਂ ਹੀ ਕੁਝ ਕੁ ਜਥੇਬੰਦੀਆਂ ਨੇ ਸਿਆਸੀ ਤੌਰ ਤੇ ਵਿਚਰਨਾ ਸ਼ੁਰੂ ਕਰ ਦਿੱਤਾ ਤੇ ਸਿਆਸੀ ਜਿਹੜੀ ਕਿ ਆਪਣੀ ਇੱਕ ਪਾਰਟੀ ਆ ਉਹ ਵੀ ਬਣਾਈ ਸੀਗੀ ਸੰਯੁਕਤ ਸਮਾਜ ਮੋਰਚਾ। ਤਾਂ ਜਿਸ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਜਿੱਤ ਹਾਸਲ ਨਹੀਂ ਹੋਈ ਤੇ ਸਭ ਦੀਆਂ ਤਕਰੀਬਨ ਕੇ ਜ਼ਮਾਨਤਾਂ ਜਿਹੜੀਆਂ ਕਿ ਉਹ ਜ਼ਬਤ ਹੋਈਆਂ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। SYL ਦੇ ਮੁੱਦੇ ਦੀ ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਚਲੋ ਚੰਗੀ ਗੱਲ ਆ, ਸਟੈਂਡ ਲੈਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਕੀ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ?
ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਕਰਦੇ ਹਾਂ ਪੰਜਾਬ ਦੀ ਸਮੀਖਿਆ। ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਜੋ ਕਿ ਇਸ ਸਮੇਂ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਹਰਜਿੰਦਰ ਜੀ, ਪੰਜਾਬ ਦੇ ਕਾਫੀ ਸਾਰੇ ਮਸਲੇ ਅੱਜ ਵਿਚਾਰਨੇ ਜੀ ਆਪਾਂ ਨੇ। ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਖਾਲਸਾ ਵਹੀਰ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸੋ ਕੀ ਅੱਜ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਕੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਅਜੇ ਹੋਣਾ ਹੈ? ਤੇ ਇਹ ਜਿਹੜਾ ਨਗਰ ਕੀਰਤਨ ਹੈ ਇਸ ਦਾ ਖਾਸ ਕਰਕੇ ਜਿਹੜਾ ਪ੍ਰਵਾਹ ਕਿਸ ਸਾਈਡ ਤੋਂ ਜਾਂ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ? ਜੀ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਅੱਜ ਸ਼ੁਰੂ ਹੋਣਾਗਾ, ਉਹ ਸਵੇਰੇ 9 ਵਜੇ ਦਾ ਸਮਾਂ ਗਾ ਜਿਹੜਾ ਕਿ ਉੱਥੋਂ ਸ਼ੁਰੂ ਹੋਣਾ। ਤਾਂ ਉਸ ਦੇ ਵਿੱਚ ਇੱਕ ਉਹਨਾਂ ਨੇ ਅਹਿਮ ਜਿਹੜੀ ਕਿ ਗੱਲ ਦੱਸੀ ਗਈ ਹੈ, ਕਹਿੰਦੇ ਕਿ ਵੀ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ। ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਦਿਸ ਗਿਆ ਤਾਂ ਉਸ ਦੇ ਨਾਲ ਸਖਤੀ ਨਾਲ ਨਿਬੜਿਆ ਜਾਵੇ, ਕਿਉਂਕਿ ਇਹ ਵਾਰਸ ਪੰਜਾਬ ਦੀ ਜਥੇਬੰਦੀ ਦਾ ਜੋ ਪੇਜ ਆ ਉਸ ਦੇ ਉੱਪਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਤਾਂ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਖਾਲਸਾ ਵਹੀਰ ਦੇ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਜਾ ਕੇ ਇਹਨਾਂ ਦਾ ਪਹਿਲਾ ਪੜਾਅ ਹੋਏਗਾ, ਜਿਸ ਪੜਾਅ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਤਾਂ ਸਵੇਰ ਦੇ ਸਮੇਂ ਉੱਥੇ ਅੰਮ੍ਰਿਤ ਸੰਚਾਰ ਕਰਕੇ ਫਿਰ ਅੱਗੇ ਜਿਹੜਾ ਪੜਾਅ ਹੋਊਗਾ ਬਾਬਾ ਬਕਾਲਾ ਸਾਹਿਬ ਦਾ, ਤਾਂ ਉੱਥੋਂ ਰਵਾਨਾ ਹੋਵਾਂਗੇ। ਇਹ ਜਿਹੜੀ ਖਾਲਸਾ ਵਹੀਰ ਆ ਇਸ ਦਾ ਇੱਕ ਖਾਸ ਮਤਲਬ ਵੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਸਭਾ ਦੇ ਦਿਨ ਆ ਰਹੇ ਨੇ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਕਿ ਕਿਲ੍ਹਾ ਗਾ ਉੱਥੇ ਪਹੁੰਚਣਾਗਾ, ਜਿਹੜਾ ਕਿ 8 ਪੋਹ ਤੱਕ ਇਹਨਾਂ ਦਾ ਟਾਰਗੇਟ ਆ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਕਿਉਂਕਿ ਇਹ ਪਹਿਲੀ ਵਹੀਰ ਹੋਊਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 8 ਪੋਹ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਾਰਗ ਤੇ ਗਏ ਸੀ ਉਸੇ ਮਾਰਗ ਦੇ ਉੱਪਰ ਇਹਨਾਂ ਨੇ ਚਾਲੇ ਪਾ ਦੇਣੇ ਨੇ ਜੀ। ਗੱਲ ਕਰਦੇ ਹਾਂ ਜੀ ਅਗਲੀ ਖਬਰ ਤੇ। ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕੀ ਇਹ ਪੂਰੀ ਜਾਣਕਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਗਨ ਕਲਚਰ ਦੇ ਉੱਪਰ ਇੱਕ ਤਾਂ ਸ਼ਲਾਘਾਯੋਗ ਕਦਮ ਵੀ ਹੈ ਇਹ ਸਰਕਾਰ ਦਾ, ਜਿਹੜਾ ਕਿ ਸਰਕਾਰ ਨੇ ਇਹ ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਕਿ ਸਾਡੇ ਇੱਥੇ ਆਪਾਂ ਬਰਨਾਲਾ ਜ਼ਿਲ੍ਹੇ ਦੇ ਤਹਿਸੀਲ ਤਪਾ ਦੀ ਗੱਲ ਕਰਦੇ ਹਾਂ, ਤਪਾ ਤਹਿਸੀਲ ਦੇ ਵਿੱਚ ਵੀ ਜਿਹੜੇ 6 ਨੌਜਵਾਨ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ, 6 ਲੋਕਾਂ ਦੇ ਉੱਪਰ ਪਰਚਾ ਦਰਜ ਹੋਇਆ, ਕਿਉਂਕਿ ਅੱਜ ਹੀ ਖਬਰ ਜਿਹੜੀ ਕਿ ਉਹ ਸਾਹਮਣੇ ਆ ਰਹੀ ਆ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। ਜੇਕਰ ਅਸੀਂ ਗਨ ਕਲਚਰ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਹੀ ਹੋਣਾ ਕਿ ਪ੍ਰਮੋਟ ਕਰ ਰਹੇ ਸੀ ਜਿਹੜੇ ਗਨ ਕਲਚਰ ਨੂੰ, ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਫਾਇਰਿੰਗ ਮਾਰਦੇ ਸੀ ਜਾਂ ਫਾਇਰਿੰਗ ਕਰਦੇ ਸੀ, ਦਾਰੂ ਪੀਤੀ ਹੁੰਦੀ ਸੀ, ਸ਼ਰਾਬ ਪੀਤੀ ਹੁੰਦੀ ਸੀ, ਨਸ਼ੇ ਦੇ ਵਿੱਚ ਟੁੰਨ ਕਈ ਤਾਂ ਕਤਲ ਵੀ ਹੋ ਗਏ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ। ਇਸ ਦੇ ਲਈ ਸਰਕਾਰ ਆ ਜਿਹੜੀ ਉਹ ਸ਼ਲਾਘਾਯੋਗ ਕਦਮ ਚੁੱਕ ਰਹੀ ਆ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ, ਗਨ ਕਲਚਰ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਕਿ ਖਤਮ ਕਰ ਦੇਣਾ ਚਾਹੀਦਾ ਸੀ। ਪਰ ਉਹ ਗਨ ਕਲਚਰ ਖਤਮ ਕਰਨਾ ਚਾਹੀਦਾ ਸੀ ਜਿਹੜੇ ਕਿ ਫੁਕਰਬਾਜ਼ੀਆਂ ਦੇ ਵਿੱਚ ਫਾਇਰ ਕਰਦੇ ਨੇ ਜਾਂ ਜਿਹੜੇ ਫੁਕਰਬਾਜ਼ੀਆਂ ਦੇ ਵਿੱਚ ਕਤਲ ਕਰ ਜਾਂਦੇ ਨੇ, ਉਹ ਗਨ ਕਲਚਰ ਨੂੰ ਖਤਮ ਕਰਨਾ ਸੀ। ਜੇਕਰ ਸਰਕਾਰ ਨੇ ਹੁਣ ਕਦਮ ਚੁੱਕਿਆ, ਚਲੋ ਦੇਰ ਆਏ ਦਰੁਸਤ ਆਏ, ਚੰਗੀ ਗੱਲ ਆ ਜੀ। ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ, ਜੇ ਇਹੀ ਕਦਮ ਅੱਜ ਤੋਂ 10 ਸਾਲ ਜਾਂ 20 ਸਾਲ ਪਹਿਲਾਂ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਸਾਡੇ ਵਿੱਚ ਸਾਡੇ ਜਿਹੜੇ ਸਿੰਗਰ ਨੇ, ਸਿੱਧੂ ਮੂਸੇਵਾਲਾ ਹੋ ਗਿਆ ਜਾਂ ਜਿਵੇਂ ਕਿ ਸੰਦੀਪ ਨੰਗਲੰਬੀਆਂ ਹੋ ਗਏ ਜਿਹੜੇ ਕਿ ਪਲੇਅਰ ਨੇ, ਸ਼ਾਇਦ ਉਹ ਅੱਜ ਸਾਡੇ ਵਿੱਚੋਂ ਨਾ ਜਾਂਦੇ। ਤਾਂ ਇਹ ਇਸ ਦੇ ਉੱਪਰ ਕਾਫੀ ਸਮਾਂ ਪਹਿਲਾਂ ਜਿਹੜੀ ਕਿ ਗੌਰ ਕਰ ਲੈਣੀ ਚਾਹੀਦੀ ਸੀ। ਤੇ ਦੂਸਰੇ ਪਾਸੇ ਜਿਹੜੀ ਕਿ ਗਨ ਕਲਚਰ ਆ, ਗਨ ਕਲਚਰ ਦਾ ਇੱਕ ਅਜਿਹਾ ਦੌਰ ਚੱਲ ਪਿਆ ਕਿ ਹਰ ਇੱਕ ਹੱਥ ਦੇ ਵਿੱਚ ਫੜ ਕੇ ਫੁਕਰਪੰਥੀ ਦਿਖਾਉਣੀ ਲਾਜ਼ਮੀ ਸਮਝਦਾ। ਪਰ ਦੂਸਰੇ ਪਾਸੇ ਗਨ ਕਲਚਰ ਦੀ ਜਦੋਂ ਗੱਲ ਹੁੰਦੀ ਆ ਤਾਂ ਜਿਹੜੇ ਹਥਿਆਰ ਆਪਣੀ ਆਤਮ ਰੱਖਿਆ ਦੇ ਲਈ ਰੱਖੇ ਜਾਂਦੇ ਨੇ ਤਾਂ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ, ਉਹਨਾਂ ਦਾ ਪੂਰਾ ਵੈਰੀਫਾਈ ਕਰਕੇ ਉਹਨਾਂ ਨੂੰ ਲਾਇਸੈਂਸ ਆ ਜਿਹੜੇ ਉਹ ਤਾਂ ਕਰਕੇ ਹੀ ਮੁਹੱਈਆ ਕਰਵਾਉਣੇ ਚਾਹੀਦੇ ਨੇ ਜੀ। ਅਗਲੀ ਖਬਰ ਤੇ ਗੱਲ ਕਰਦੇ ਹਾਂ ਜੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਮੰਗ ਕੀਤੀ ਹੈ ਜੀ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੀ ਜਾਵੇ। ਕੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ? ਜੀ ਹਲੇ ਤੱਕ ਕੋਈ ਪ੍ਰਤੀਕਿਰਿਆ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ। ਪਰ ਦੂਸਰੇ ਪਾਸੇ ਜਿਹੜਾ ਕਿ ਸਿਆਸਤ ਹੈ ਇਸ ਮੁੱਦੇ ਦੇ ਉੱਪਰ ਕਾਫੀ ਗਰਮ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਸਿਆਸਤ ਦੇ ਵਿੱਚ
ਹਰ ਇੱਕ ਵਿਰੋਧੀ ਪਾਰਟੀ ਇਸ ਦੇ ਉੱਪਰ ਜਿਹੜਾ ਕਿ ਨਿਸ਼ਾਨੇ ਸਾਧ ਰਹੀ ਆ, ਕਿਉਂਕਿ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ, ਵਿਰੋਧੀ ਪਾਰਟੀਆਂ ਦਾ ਹੱਕ ਵੀ ਆ ਕਿ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਯਾਦ ਕਰਵਾਇਆ ਜਾਵੇ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ। ਇਹ ਛੋਟੇ ਹੁੰਦੇ ਜਿਹੜੀਆਂ ਕਿ ਕਹਾਵਤਾਂ ਸੀ ਉਹ ਪੜ੍ਹਦੇ ਰਹੇ ਆ, ਪਰ ਜਿਹੜਾ ਚੰਡੀਗੜ੍ਹ ਆ ਉਹ ਹਮੇਸ਼ਾ ਪੰਜਾਬ ਦਾ ਹੀ ਰਿਹਾ ਗਾ। ਜੇ ਅਸੀਂ ਗੱਲ ਕਰਦੇ ਹਾਂ ਹਰਿਆਣੇ ਦੀ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਆ ਕਿ ਸਾਨੂੰ 10 ਏਕੜ ਜਿਹੜੀ ਜ਼ਮੀਨ ਆ ਉਹ ਵਿਧਾਨ ਸਭਾ ਬਣਾਉਣ ਦੇ ਲਈ ਦਿੱਤੀ ਜਾਵੇ, ਤਾਂ ਦੂਸਰੇ ਪਾਸੇ ਜਿਹੜੀਆਂ ਕਿ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜੀ 10 ਏਕੜ ਦੀ ਉਹ ਮੰਗ ਕਰ ਰਹੇ ਨੇ ਉਹ ਪੰਚਕੂਲੇ ਦੇ ਵਿੱਚ ਕਿਉਂ ਨਹੀਂ ਬਣਾ ਲੈਂਦੇ ਜੀ, ਜਿਹੜੀ ਕਿ ਆਪਣੀ ਵਿਧਾਨ ਸਭਾ ਜੇਕਰ ਉਹਨਾਂ ਨੂੰ ਅਲੱਗ ਚਾਹੀਦੀ ਆ। ਜਿਹੜਾ ਚੰਡੀਗੜ੍ਹ ਆ, ਵਿਰੋਧੀ ਪਾਰਟੀ ਨੇ ਕਹਿਣਾ ਹੈ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਗਿਆ ਇੱਕ ਸ਼ਹਿਰ ਸੀ, ਪੰਜਾਬ ਦੀ ਰਾਜਧਾਨੀ ਸੀ। 1966 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੁੰਦੀ ਆ ਤਾਂ ਉਦੋਂ ਪੰਜਾਬ ਦੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਜਾਂਦੇ ਆ, ਪੰਜਾਬ ਦੇ ਕੋਲੋਂ ਚੰਡੀਗੜ੍ਹ ਆ ਜਿਹੜਾ ਉਸ ਨੂੰ ਯੂਟੀ ਬਣਾ ਦਿੱਤਾ ਜਾਂਦਾ, ਪੰਜਾਬ ਦੇ ਕੋਲੋਂ ਜਿਹੜਾ ਕਿ ਹਰਿਆਣਾ ਹਿਮਾਚਲ ਆ ਉਹ ਵੱਖ ਕਰ ਦਿੱਤੇ ਜਾਂਦੇ ਆ। ਤਾਂ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਸਿਆਸਤ ਲਾ ਲਓ ਜਾਂ ਫਿਰ ਇਸ ਨੂੰ ਤੁਸੀਂ ਇਹ ਲਾ ਲਓ ਕਿ ਜਦੋਂ ਇਲੈਕਸ਼ਨਾਂ ਦਾ ਟਾਈਮ ਹੁੰਦਾ ਉਦੋਂ ਤਾਂ ਇਹ ਮੁੱਦੇ ਉਭਾਰੇ ਹੀ ਜਾਂਦੇ ਨੇ, ਬੇਸ਼ੱਕ ਉਹ ਪਾਣੀਆਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ। ਜੀ ਜੇਕਰ ਗੱਲ ਕੀਤੀ ਜਾਵੇ ਪਾਣੀਆਂ ਦੇ ਮੁੱਦੇ ਦੀ, SYL ਦੇ ਮੁੱਦੇ ਦੀ, ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਪਿਛਲੇ ਦਿਨੀ ਜਿਹੜੀ ਕਿ ਮੀਟਿੰਗ ਹੋਈ ਹੈਗੀ ਦੋਨੋਂ ਮੁੱਖ ਮੰਤਰੀ ਦੀ, ਪੰਜਾਬ ਦੇ ਮੁੱਖ ਮੰਤਰੀ ਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿ ਪੰਜਾਬ ਦੇ ਕੋਲ ਹਰਿਆਣੇ ਦੇ ਲਈ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਰ ਉੱਥੇ ਹੀ ਜਦੋਂ ਤੁਸੀਂ ਇੱਕ ਭਾਸ਼ਣ ਸੁਣਿਆ ਹੋਣਾ, ਸਿੱਧੂ ਮੂਸੇਵਾਲੇ ਦਾ ਗੀਤ ਵੀ ਆਉਂਦਾ SYL ਦੇ ਵਿੱਚ ਉਹਨਾਂ ਦਾ ਹਰਿਆਣੇ ਦਾ ਜਿਹੜਾ ਕਿ ਇੱਕ ਮੇਨ ਬੰਦਾ ਹੁੰਦਾ ਆਮ ਆਦਮੀ ਪਾਰਟੀ ਦਾ, वो ये कहना नजर आता कि पंजाब में हमारी सरकार बन गई है, हरियाणा में हमारी सरकार बनेगी, 2024 में हर एक खेत में पानी की बूंद बूंद होगी। तो ਇਹਦਾ ਜਿਹੜਾ ਕਿ ਮਤਲਬ ਉਹ ਕੀ ਬਣਦਾ, ਉੱਥੇ ਕਿਉਂ ਨਹੀਂ ਸਟੈਂਡ ਲੈ ਰਹੇ ਮੁੱਖ ਮੰਤਰੀ ਸਾਹਿਬ। ਇੱਕ ਵਾਰ ਉਹਨਾਂ ਨੇ ਇਹ ਕਹਿਤਾ ਗਾ ਕਿ ਅਸੀਂ SYL ਦੇ ਰਾਹੀਂ ਪਾਣੀ ਨਹੀਂ ਦੇਵਾਂਗੇ, ਪਰ ਜਿਹੜਾ ਦੂਸਰਾ ਪਾਣੀ ਜਾ ਰਿਹਾ, ਜਿੱਦਾਂ ਕਿ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ, ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਤੁਸੀਂ ਇਹ ਦੇਖੋ ਕਿ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ। ਪਾਣੀਆਂ ਦਾ ਮੁੱਦਾ ਕੀ ਇੱਦਾਂ ਨਹੀਂ ਹੈਗਾ ਜਿਵੇਂ ਕਿ ਹੁਣ ਜਿਹੜੇ ਵੱਡੇ ਸਾਇੰਸਦਾਨ ਨੇ ਜਾਂ ਜਿਹੜੇ ਵੱਡੇ ਸਮਾਜ ਸੇਵੀ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪੰਜਾਬ ਦੇ ਵਿੱਚ ਜਵਾਨੀ ਵੀ ਆ ਜਿਹੜੀ ਉਹ 15 ਸਾਲ ਦੀ ਰਹਿ ਗਈ ਆ, ਜਿਹੜਾ ਪਾਣੀ ਆ ਉਹ ਵੀ 15 ਸਾਲ ਦਾ ਰਹਿ ਗਿਆ। ਜਵਾਨੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਵੀ ਗੱਲ ਹੋ ਰਹੀ ਆ, ਤਾਂ ਡਾਕਟਰ ਧਰਮਵੀਰ ਗਾਂਧੀ ਵੀ ਇਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਪੰਜਾਬ ਆ ਉਸ ਨੂੰ ਬੰਜਰ ਬਣਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ। ਪੰਜਾਬ ਜਿਹੜਾ ਕਿ ਹਮੇਸ਼ਾ ਹਿੱਕ ਡਾ ਕੇ ਲੜਦਾ ਰਿਹਾ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਜੀ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੋ ਕਿ 5 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ, ਕਿਸਾਨ ਮੋਰਚੇ ਦੇ ਆਗੂ ਨੇ, ਸੋ ਉਹਨਾਂ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੱਥੇ ਅਸੀਂ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਰਹੇ ਹਾਂ, ਸਾਡੀਆਂ ਮੰਗਾਂ ਸੀ ਜਿਹੜੀਆਂ ਉਹ ਦਿੱਲੀ ਸਰਕਾਰ ਤੋਂ ਸੀ, ਉੱਥੇ ਓਨੀਆਂ ਹੀ ਮੰਗਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਪਾਰਟੀ ਤੋਂ ਨੇ। ਤਾਂ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਏ ਨੇ। ਤਾਂ ਕੱਲ ਜਦੋਂ ਉਹਨਾਂ ਦੇ ਕੋਲ ਕੁਲਤਾਰ ਸਿੰਘ ਸੰਧਵਾਂ ਜੀ ਪਹੁੰਚੇ ਤਾਂ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਉਹਨਾਂ ਨੇ ਇਹੋ ਹੀ ਗੱਲਾਂ ਕਰੀਆਂ। ਤਾਂ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰੀ ਤਾਂ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉਹਨਾਂ ਦਾ ਕੋਈ ਰੁੱਖ ਨਹੀਂ ਲੱਗਿਆ ਕਿ ਉਹ ਸਰਕਾਰ ਦੇ ਵੱਲੋਂ ਆਏ ਨੇ, ਉਹ ਤਾਂ ਇੱਕ ਆਮ ਭਾਈਚਾਰਾ ਨਿਭਾਉਣ ਆਏ ਨੇ। ਉੱਥੇ ਹੀ ਕੁਲਤਾਰ ਸਿੰਘ ਸੰਧਵਾਂ ਜਿਹੜੇ ਕਿ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ, ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਅਸੀਂ ਆਪਣੇ ਭਾਈਚਾਰੇ ਦੇ ਤੌਰ ਤੇ ਆਏ ਹਾਂ, ਤਾਂ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਗੌਰ ਕਰਾਂਗੇ ਜੀ। ਤਾਂ ਦੂਸਰੇ ਪਾਸੇ ਜਦੋਂ ਅਸੀਂ ਡੱਲੇਵਾਲ ਦੇ ਨਾਲ ਗੱਲ ਕਰਦੇ ਹਾਂ ਤਾਂ ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੰਨਾ ਟਾਈਮ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਮਰਨ ਵਰਤ ਨਹੀਂ ਤੋੜਾਂਗੇ। ਤਾਂ ਉੱਥੇ ਹੀ ਡੱਲੇਵਾਲ ਦਾ ਇਹ ਵੀ ਕਹਿਣਾ ਗਾ ਕਿ ਜੇਕਰ ਸਾਨੂੰ ਧੱਕੇ ਨਾਲ ਜਾਂ ਸਾਨੂੰ ਇੱਦਾਂ ਕੋਈ ਚੁੱਕ ਕੇ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕਰੇਗਾ ਜਾਂ ਡਾਕਟਰਾਂ ਦੀ ਟੀਮ ਵੀ ਆਈ ਸੀ,
ਤਾਂ ਉਹਨਾਂ ਨੇ ਡਾਕਟਰਾਂ ਦੀ ਟੀਮ ਨੂੰ ਵੀ ਸਾਫ਼ ਜਵਾਬ ਦੇ ਦਿੱਤਾ ਕਿ ਇਸ ਜਿੰਨਾ ਟਾਈਮ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਦੇ ਉੱਪਰ ਡੱਲੇਵਾਲ ਸਾਹਿਬ ਅੜੇ ਹੋਏ ਨੇ, ਫਰੀਦਕੋਟ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਨੇ, ਭੁੱਖ ਮਰਨ ਵਰਤ ਤੇ ਬੈਠੇ ਨੇ, ਤਾਂ ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਸਾਡੀਆਂ ਮੰਗਾਂ ਜਿੰਨਾ ਟਾਈਮ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਇੱਥੋਂ ਜਿਹੜਾ ਕਿ ਇਹ ਧਰਨਾ ਜਾਂ ਮਰਨ ਵਰਤਾ ਨਹੀਂ ਤੋੜਾਂਗੇ। ਜੀ ਬਿਲਕੁਲ, ਡੱਲੇਵਾਲ ਜੀ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਨੇ ਉਹਨਾਂ ਨਾਲ ਕੋਝੀ ਸਾਜ਼ਿਸ਼ ਕੀਤੀ ਹੈ, ਕੋਝੀ ਚਾਲ ਚੱਲੀ ਹੈ ਕਿ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਨਹੀਂ, ਫਿਲਹਾਲ ਦੇ ਲਈ ਇਕੱਲੇ ਡੱਲੇਵਾਲ ਸਾਹਿਬ ਹੀ ਨੇ, ਤਾਂ ਉਹਨਾਂ ਦੇ ਹਮਾਇਤ ਦੇ ਵਿੱਚ ਹਲੇ ਤੱਕ ਕੋਈ ਵੀ ਆਗੂ ਨਹੀਂ ਨਿੱਤਰ ਕੇ ਸਾਹਮਣੇ ਆਇਆ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਸੀ ਉਦੋਂ ਜਿਹੜੀਆਂ ਪੰਜਾਬ ਦੀਆਂ 32 ਤੇ 30 ਜਥੇਬੰਦੀਆਂ ਸੀ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਦਿਸੀਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਜਿਹੜਾ ਅੰਦੋਲਨ ਆ ਉਹ ਪੰਜਾਬ ਦੇ ਲਈ ਫਤਿਹ ਮਾਰਚ ਦੇ ਰੂਪ ਦੇ ਵਿੱਚ ਵਾਪਸ ਆਇਆ, ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਪਾਰਟੀਆਂ ਸੀ ਜਾਂ ਜਿਹੜੀਆਂ ਜਥੇਬੰਦੀਆਂ ਸੀ ਇਹ ਅਲੱਗ-ਅਲੱਗ ਹੋ ਗਈਆਂ ਸੀ। ਇਹਨਾਂ ਦੀ ਵਿਚਾਰਧਾਰਾ ਜਦੋਂ ਇਹਨਾਂ ਨੂੰ ਸਵਾਲ ਕਰਦੇ ਤਾਂ ਇਹ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਅਲੱਗ ਆ, ਉਹਨਾਂ ਦੀ ਵਿਚਾਰਧਾਰਾ ਅਲੱਗ ਆ। ਇੱਕ ਝੰਡੇ ਥੱਲੇ ਕਦੇ ਵੀ ਇਹ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਇਹ ਜਥੇਬੰਦੀਆਂ ਇਕੱਠੀਆਂ ਹੋਣ ਦਾ ਕਾਰਨ ਇਹ ਸੀ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਵੀ ਆਪੋ ਆਪਣੇ ਝੰਡੇ ਲੈ ਕੇ ਗਏ ਸੀ ਇਹ, ਤਾਂ ਇਹਨਾਂ ਦਾ ਇਕੱਠੇ ਹੋਣ ਦਾ ਇਹੋ ਕਾਰਨ ਸੀ ਕਿ ਅੱਜ ਪੰਜਾਬ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਚਾਉਣ ਦੀ ਲੋੜ ਆ। ਦਿੱਲੀ ਦੇ ਬਾਰਡਰਾਂ ਤੇ ਇਸੇ ਕਰਕੇ ਇਕੱਠੇ ਹੋ ਕੇ ਬੈਠੇ ਸੀ, ਪਰ ਡੱਲੇਵਾਲ ਦੇ ਹੱਕ ਦੇ ਵਿੱਚ ਹਲੇ ਤੱਕ ਕੋਈ ਵੀ ਕਿਸਾਨ ਲੀਡਰ ਜਾਂ ਕੋਈ ਵੀ ਕਿਸਾਨ ਆਗੂ ਨਹੀਂ ਨਿਤਰਿਆ। ਤਾਂ ਦੂਸਰੇ ਪਾਸੇ ਜਿਹੜੇ ਦੂਸਰੇ ਕਿਸਾਨ ਆਗੂ ਨੇ ਉਹਨਾਂ ਦਾ ਇਹੋ ਕਹਿਣਾ ਗਾ ਕਿ ਅਸੀਂ 30 ਦਸੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਚੰਡੀਗੜ੍ਹ ਨੂੰ ਜਾਵਾਂਗੇ ਤੇ 26 ਨਵੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਉਹ ਗਵਰਨਰ ਹਾਊਸ ਵੱਲ ਕੂਚ ਕਰਾਂਗੇ ਜਦੋਂ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ। ਤਾਂ ਦੂਸਰੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਜਦੋਂ ਦਿੱਲੀ ਦੇ ਬਾਰਡਰਾਂ ਤੋਂ ਇਹ ਵਾਪਸ ਪਰਤੇ ਤਾਂ ਆਉਂਦਿਆਂ ਹੀ ਕੁਝ ਕੁ ਜਥੇਬੰਦੀਆਂ ਨੇ ਸਿਆਸੀ ਤੌਰ ਤੇ ਵਿਚਰਨਾ ਸ਼ੁਰੂ ਕਰ ਦਿੱਤਾ ਤੇ ਸਿਆਸੀ ਜਿਹੜੀ ਕਿ ਆਪਣੀ ਇੱਕ ਪਾਰਟੀ ਆ ਉਹ ਵੀ ਬਣਾਈ ਸੀਗੀ ਸੰਯੁਕਤ ਸਮਾਜ ਮੋਰਚਾ, ਤਾਂ ਜਿਸ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਜਿੱਤ ਹਾਸਲ ਨਹੀਂ ਹੋਈ ਤੇ ਸਭ ਦੀਆਂ ਤਕਰੀਬਨ ਕੇ ਜ਼ਮਾਨਤਾਂ ਜਿਹੜੀਆਂ ਕਿ ਉਹ ਜ਼ਬਤ ਹੋਈਆਂ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। SYL ਦੇ ਮੁੱਦੇ ਦੀ ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਚਲੋ ਚੰਗੀ ਗੱਲ ਆ, ਸਟੈਂਡ ਲੈਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਕੀ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਕਰਦੇ ਹਾਂ ਪੰਜਾਬ ਦੀ ਸਮੀਖਿਆ। ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਜੋ ਕਿ ਇਸ ਸਮੇਂ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਹਰਜਿੰਦਰ ਜੀ, ਪੰਜਾਬ ਦੇ ਕਾਫੀ ਸਾਰੇ ਮਸਲੇ ਅੱਜ ਵਿਚਾਰਨੇ ਜੀ ਆਪਾਂ ਨੇ। ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਖਾਲਸਾ ਵਹੀਰ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸੋ ਕੀ ਅੱਜ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਕੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਅਜੇ ਹੋਣਾ ਹੈ? ਤੇ ਇਹ ਜਿਹੜਾ ਨਗਰ ਕੀਰਤਨ ਹੈ ਇਸ ਦਾ ਖਾਸ ਕਰਕੇ ਜਿਹੜਾ ਪ੍ਰਵਾਹ ਕਿਸ ਸਾਈਡ ਤੋਂ ਜਾਂ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ? ਜੀ, ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਅੱਜ ਸ਼ੁਰੂ ਹੋਣਾਗਾ ਉਹ ਸਵੇਰੇ 9 ਵਜੇ ਦਾ ਸਮਾਂ ਗਾ ਜਿਹੜਾ ਕਿ ਉੱਥੋਂ ਸ਼ੁਰੂ ਹੋਣਾ। ਤਾਂ ਉਸ ਦੇ ਵਿੱਚ ਇੱਕ ਉਹਨਾਂ ਨੇ ਅਹਿਮ ਜਿਹੜੀ ਕਿ ਗੱਲ ਦੱਸੀ ਗਈ ਹੈ, ਕਹਿੰਦੇ ਕਿ ਵੀ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ। ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਦਿਸ ਗਿਆ ਤਾਂ ਉਸ ਦੇ ਨਾਲ ਸਖਤੀ ਨਾਲ ਨਿਬੜਿਆ ਜਾਵੇ, ਕਿਉਂਕਿ ਵਾਰਸ ਪੰਜਾਬ ਦੀ ਜਥੇਬੰਦੀ ਦਾ ਜੋ ਪੇਜ ਆ
ਉਸ ਦੇ ਉੱਪਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਤਾਂ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਖਾਲਸਾ ਵਹੀਰ ਦੇ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਜਾ ਕੇ ਇਹਨਾਂ ਦਾ ਪਹਿਲਾ ਪੜਾਅ ਹੋਏਗਾ, ਜਿਸ ਪੜਾਅ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਤਾਂ ਸਵੇਰ ਦੇ ਸਮੇਂ ਉੱਥੇ ਅੰਮ੍ਰਿਤ ਸੰਚਾਰ ਕਰਕੇ ਫਿਰ ਅੱਗੇ ਜਿਹੜਾ ਪੜਾਅ ਹੋਊਗਾ ਬਾਬਾ ਬਕਾਲਾ ਸਾਹਿਬ ਦਾ, ਤਾਂ ਉੱਥੋਂ ਰਵਾਨਾ ਹੋਵਾਂਗੇ। ਇਹ ਜਿਹੜੀ ਖਾਲਸਾ ਵਹੀਰ ਆ, ਇਸ ਦਾ ਇੱਕ ਖਾਸ ਮਤਲਬ ਵੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਸਭਾ ਦੇ ਦਿਨ ਆ ਰਹੇ ਨੇ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਕਿ ਕਿਲ੍ਹਾ ਗਾ ਉੱਥੇ ਪਹੁੰਚਣਾਗਾ, ਜਿਹੜਾ ਕਿ 8 ਪੋਹ ਤੱਕ ਇਹਨਾਂ ਦਾ ਟਾਰਗੇਟ ਆ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਕਿਉਂਕਿ ਇਹ ਪਹਿਲੀ ਵਹੀਰ ਹੋਊਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 8 ਪੋਹ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਾਰਗ ਤੇ ਗਏ ਸੀ ਉਸੇ ਮਾਰਗ ਦੇ ਉੱਪਰ ਇਹਨਾਂ ਨੇ ਚਾਲੇ ਪਾ ਦੇਣੇ ਨੇ ਜੀ। ਗੱਲ ਕਰਦੇ ਹਾਂ ਜੀ ਅਗਲੀ ਖਬਰ ਤੇ। ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕੀ ਹੈ ਪੂਰੀ ਜਾਣਕਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਗਨ ਕਲਚਰ ਦੇ ਉੱਪਰ ਇੱਕ ਤਾਂ ਸ਼ਲਾਘਾਯੋਗ ਕਦਮ ਵੀ ਹੈ ਇਹ ਸਰਕਾਰ ਦਾ, ਜਿਹੜਾ ਕਿ ਸਰਕਾਰ ਨੇ ਇਹ ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਕਿ ਸਾਡੇ ਇੱਥੇ ਆਪਾਂ ਬਰਨਾਲਾ ਜ਼ਿਲ੍ਹੇ ਦੇ ਤਹਿਸੀਲ ਤਪਾ ਦੀ ਗੱਲ ਕਰਦੇ ਹਾਂ, ਤਪਾ ਤਹਿਸੀਲ ਦੇ ਵਿੱਚ ਵੀ ਜਿਹੜੇ 6 ਨੌਜਵਾਨ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ, 6 ਲੋਕਾਂ ਦੇ ਉੱਪਰ ਪਰਚਾ ਦਰਜ ਹੋਇਆ, ਕਿਉਂਕਿ ਅੱਜ ਹੀ ਖਬਰ ਜਿਹੜੀ ਕਿ ਉਹ ਸਾਹਮਣੇ ਆ ਰਹੀ ਆ। 6 ਲੋਕਾਂ ਦੇ ਉੱਪਰ, 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। ਜੇਕਰ ਅਸੀਂ ਗਨ ਕਲਚਰ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਹੀ ਹੋਣਾ ਕਿ ਪ੍ਰਮੋਟ ਕਰ ਰਹੇ ਸੀ ਜਿਹੜੇ ਗਨ ਕਲਚਰ ਨੂੰ, ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਫਾਇਰਿੰਗ ਮਾਰਦੇ ਸੀ ਜਾਂ ਫਾਇਰਿੰਗ ਕਰਦੇ ਸੀ, ਦਾਰੂ ਪੀਤੀ ਹੁੰਦੀ ਸੀ, ਸ਼ਰਾਬ ਪੀਤੀ ਹੁੰਦੀ ਸੀ, ਨਸ਼ੇ ਦੇ ਵਿੱਚ ਟੁੰਨ, ਕਈ ਤਾਂ ਕਤਲ ਵੀ ਹੋ ਗਏ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ। ਇਸ ਦੇ ਲਈ ਸਰਕਾਰ ਆ ਜਿਹੜੀ ਉਹ ਸ਼ਲਾਘਾਯੋਗ ਕਦਮ ਚੁੱਕ ਰਹੀ ਆ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ, ਗਨ ਕਲਚਰ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਕਿ ਖਤਮ ਕਰ ਦੇਣਾ ਚਾਹੀਦਾ ਸੀ, ਪਰ ਉਹ ਗਨ ਕਲਚਰ ਖਤਮ ਕਰਨਾ ਚਾਹੀਦਾ ਸੀ ਜਿਹੜੇ ਕਿ ਫੁਕਰਬਾਜ਼ੀਆਂ ਦੇ ਵਿੱਚ ਫਾਇਰ ਕਰਦੇ ਨੇ ਜਾਂ ਜਿਹੜੇ ਫੁਕਰਬਾਜ਼ੀਆਂ ਦੇ ਵਿੱਚ ਕਤਲ ਕਰ ਜਾਂਦੇ ਨੇ, ਉਹ ਗਨ ਕਲਚਰ ਨੂੰ ਖਤਮ ਕਰਨਾ ਸੀ। ਜੇਕਰ ਸਰਕਾਰ ਨੇ ਹੁਣ ਕਦਮ ਚੁੱਕਿਆ, ਚਲੋ ਦੇਰ ਆਏ ਦਰੁਸਤ ਆਏ, ਚੰਗੀ ਗੱਲ ਆ ਜੀ। ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ, ਜੇ ਇਹੀ ਕਦਮ ਅੱਜ ਤੋਂ 10 ਸਾਲ ਜਾਂ 20 ਸਾਲ ਪਹਿਲਾਂ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਸਾਡੇ ਵਿੱਚ ਸਾਡੇ ਜਿਹੜੇ ਸਿੰਗਰ ਨੇ, ਸਿੱਧੂ ਮੂਸੇਵਾਲਾ ਹੋ ਗਿਆ ਜਾਂ ਜਿਵੇਂ ਕਿ ਸੰਦੀਪ ਨੰਗਲੰਬੀਆਂ ਹੋ ਗਏ ਜਿਹੜੇ ਕਿ ਪਲੇਅਰ ਨੇ, ਸ਼ਾਇਦ ਉਹ ਅੱਜ ਸਾਡੇ ਵਿੱਚੋਂ ਨਾ ਜਾਂਦੇ। ਤਾਂ ਇਸ ਦੇ ਉੱਪਰ ਕਾਫੀ ਸਮਾਂ ਪਹਿਲਾਂ ਜਿਹੜੀ ਕਿ ਗੌਰ ਕਰ ਲੈਣੀ ਚਾਹੀਦੀ ਸੀ। ਤੇ ਦੂਸਰੇ ਪਾਸੇ ਜਿਹੜੀ ਕਿ ਗਨ ਕਲਚਰ ਆ, ਗਨ ਕਲਚਰ ਦਾ ਇੱਕ ਅਜਿਹਾ ਦੌਰ ਚੱਲ ਪਿਆ ਕਿ ਹਰ ਇੱਕ ਹੱਥ ਦੇ ਵਿੱਚ ਫੜ ਕੇ ਫੁਕਰਪੰਥੀ ਦਿਖਾਉਣੀ ਲਾਜ਼ਮੀ ਸਮਝਦਾ। ਪਰ ਦੂਸਰੇ ਪਾਸੇ ਗਨ ਕਲਚਰ ਦੀ ਜਦੋਂ ਗੱਲ ਹੁੰਦੀ ਆ ਤਾਂ ਜਿਹੜੇ ਹਥਿਆਰ ਆਪਣੀ ਆਤਮ ਰੱਖਿਆ ਦੇ ਲਈ ਰੱਖੇ ਜਾਂਦੇ ਨੇ ਤਾਂ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ, ਉਹਨਾਂ ਦਾ ਪੂਰਾ ਵੈਰੀਫਾਈ ਕਰਕੇ ਉਹਨਾਂ ਨੂੰ ਲਾਇਸੈਂਸ ਆ ਜਿਹੜੇ ਉਹ ਤਾਂ ਕਰਕੇ ਹੀ ਮੁਹੱਈਆ ਕਰਵਾਉਣੇ ਚਾਹੀਦੇ ਨੇ ਜੀ। ਅਗਲੀ ਖਬਰ ਤੇ ਗੱਲ ਕਰਦੇ ਹਾਂ ਜੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਮੰਗ ਕੀਤੀ ਹੈ ਜੀ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੀ ਜਾਵੇ। ਕੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ ਜੀ? ਹਲੇ ਤੱਕ ਕੋਈ ਪ੍ਰਤੀਕਿਰਿਆ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ, ਪਰ ਦੂਸਰੇ ਪਾਸੇ ਜਿਹੜਾ ਕਿ ਸਿਆਸਤ ਹੈ ਇਸ ਮੁੱਦੇ ਦੇ ਉੱਪਰ ਕਾਫੀ ਗਰਮ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਸਿਆਸਤ ਦੇ ਵਿੱਚ ਹਰ ਇੱਕ ਵਿਰੋਧੀ ਪਾਰਟੀ ਇਸ ਦੇ ਉੱਪਰ ਜਿਹੜਾ ਕਿ ਨਿਸ਼ਾਨੇ ਸਾਧ ਰਹੀ ਆ, ਕਿਉਂਕਿ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ, ਵਿਰੋਧੀ ਪਾਰਟੀਆਂ ਦਾ ਹੱਕ ਵੀ ਆ ਕਿ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਯਾਦ ਕਰਵਾਇਆ ਜਾਵੇ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ। ਇਹ ਛੋਟੇ ਹੁੰਦੇ ਜਿਹੜੀਆਂ ਕਿ ਕਹਾਵਤਾਂ ਸੀ ਉਹ ਪੜ੍ਹਦੇ ਰਹੇ ਆ, ਪਰ ਜਿਹੜਾ ਚੰਡੀਗੜ੍ਹ ਆ ਉਹ ਹਮੇਸ਼ਾ ਪੰਜਾਬ ਦਾ ਹੀ ਰਿਹਾ ਗਾ। ਜੇ ਅਸੀਂ ਗੱਲ ਕਰਦੇ ਹਾਂ, ਹਰਿਆਣੇ ਦੀ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਨੂੰ 10 ਏਕੜ ਜਿਹੜੀ ਜ਼ਮੀਨ ਆ ਉਹ ਵਿਧਾਨ ਸਭਾ ਬਣਾਉਣ ਦੇ ਲਈ ਦਿੱਤੀ ਜਾਵੇ। ਤਾਂ ਦੂਸਰੇ ਪਾਸੇ ਜਿਹੜੀਆਂ ਕਿ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜੀ 10 ਏਕੜ ਦੀ ਉਹ ਮੰਗ ਕਰ ਰਹੇ ਨੇ ਉਹ ਪੰਚਕੂਲੇ ਦੇ ਵਿੱਚ ਕਿਉਂ ਨਹੀਂ ਬਣਾ ਲੈਂਦੇ, ਜਿਹੜੀ ਕਿ ਆਪਣੀ ਵਿਧਾਨ ਸਭਾ ਜੇਕਰ ਉਹਨਾਂ ਨੂੰ ਅਲੱਗ ਚਾਹੀਦੀ ਆ। ਜਿਹੜਾ ਚੰਡੀਗੜ੍ਹ ਆ, ਵਿਰੋਧੀ ਪਾਰਟੀ ਨੇ ਕਹਿਣਾ ਹੈ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਗਿਆ ਇੱਕ ਸ਼ਹਿਰ ਸੀ, ਪੰਜਾਬ ਦੀ ਰਾਜਧਾਨੀ ਸੀ। 1966 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੁੰਦੀ ਆ ਤਾਂ ਉਦੋਂ ਪੰਜਾਬ ਦੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਜਾਂਦੇ ਆ, ਪੰਜਾਬ ਦੇ ਕੋਲੋਂ ਚੰਡੀਗੜ੍ਹ ਆ ਜਿਹੜਾ ਉਸ ਨੂੰ ਯੂਟੀ ਬਣਾ ਦਿੱਤਾ ਜਾਂਦਾ, ਪੰਜਾਬ ਦੇ ਕੋਲੋਂ ਜਿਹੜਾ ਕਿ ਹਰਿਆਣਾ ਹਿਮਾਚਲ ਆ ਉਹ ਵੱਖ ਕਰ ਦਿੱਤੇ ਜਾਂਦੇ ਆ। ਤਾਂ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਸਿਆਸਤ ਲਾ ਲਓ ਜਾਂ ਫਿਰ ਇਸ ਨੂੰ ਤੁਸੀਂ ਇਹ ਲਾ ਲਓ ਕਿ ਜਦੋਂ ਇਲੈਕਸ਼ਨਾਂ ਦਾ ਟਾਈਮ ਹੁੰਦਾ ਉਦੋਂ ਤਾਂ ਇਹ ਮੁੱਦੇ ਉਭਾਰੇ ਹੀ ਜਾਂਦੇ ਨੇ, ਬੇਸ਼ੱਕ ਉਹ ਪਾਣੀਆਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ ਜੀ।
ਜੇਕਰ ਗੱਲ ਕੀਤੀ ਜਾਵੇ ਪਾਣੀਆਂ ਦੇ ਮੁੱਦੇ ਦੀ, SYL ਦੇ ਮੁੱਦੇ ਦੀ, ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਪਿਛਲੇ ਦਿਨੀ ਜਿਹੜੀ ਕਿ ਮੀਟਿੰਗ ਹੋਈ ਹੈਗੀ ਦੋਨੋਂ ਮੁੱਖ ਮੰਤਰੀ ਦੀ, ਪੰਜਾਬ ਦੇ ਮੁੱਖ ਮੰਤਰੀ ਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿ ਪੰਜਾਬ ਦੇ ਕੋਲ ਹਰਿਆਣੇ ਦੇ ਲਈ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ ਪੰਜਾਬ ਦੇ ਮੁੱਖ ਮੰਤਰੀ ਨੇ, ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਰ ਉੱਥੇ ਹੀ ਜਦੋਂ ਤੁਸੀਂ ਇੱਕ ਭਾਸ਼ਣ ਸੁਣਿਆ ਹੋਣਾ, ਸਿੱਧੂ ਮੂਸੇਵਾਲੇ ਦਾ ਗੀਤ ਵੀ ਆਉਂਦਾ SYL ਦੇ ਵਿੱਚ ਉਹਨਾਂ ਦਾ ਹਰਿਆਣੇ ਦਾ ਜਿਹੜਾ ਕਿ ਇੱਕ ਮੇਨ ਬੰਦਾ ਹੁੰਦਾ ਆਮ ਆਦਮੀ ਪਾਰਟੀ ਦਾ, वो ये कहना नजर आता कि पंजाब में हमारी सरकार बन गई है, हरियाणा में हमारी सरकार बनेगी, 2024 में हर एक खेत में पानी की बूंद बूंद होगी। तो ਇਹਦਾ ਜਿਹੜਾ ਕਿ ਮਤਲਬ ਉਹ ਕੀ ਬਣਦਾ, ਉੱਥੇ ਕਿਉਂ ਨਹੀਂ ਸਟੈਂਡ ਲੈ ਰਹੇ ਮੁੱਖ ਮੰਤਰੀ ਸਾਹਿਬ? ਇੱਕ ਵਾਰ ਉਹਨਾਂ ਨੇ ਇਹ ਕਹਿਤਾ ਹੈਗਾ ਕਿ ਅਸੀਂ SYL ਦੇ ਰਾਹੀਂ ਪਾਣੀ ਨਹੀਂ ਦੇਵਾਂਗੇ, ਪਰ ਜਿਹੜਾ ਦੂਸਰਾ ਪਾਣੀ ਜਾ ਰਿਹਾ, ਜਿੱਦਾਂ ਕਿ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਤੁਸੀਂ ਇਹ ਦੇਖੋ ਕਿ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ। ਪਾਣੀਆਂ ਦਾ ਮੁੱਦਾ ਕੋਈ ਇਦਾਂ ਨਹੀਂ ਹੈਗਾ ਜਿਵੇਂ ਕਿ ਹੁਣ ਜਿਹੜੇ ਵੱਡੇ ਸਾਇੰਸਦਾਨ ਨੇ ਜਾਂ ਜਿਹੜੇ ਵੱਡੇ ਸਮਾਜ ਸੇਵੀ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪੰਜਾਬ ਦੇ ਵਿੱਚ ਜਵਾਨੀ ਵੀ ਆ ਜਿਹੜੀ ਉਹ 15 ਸਾਲ ਦੀ ਰਹਿ ਗਈ ਆ, ਜਿਹੜਾ ਪਾਣੀ ਆ ਉਹ ਵੀ 15 ਸਾਲ ਦਾ ਰਹਿ ਗਿਆ। ਜਵਾਨੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਵੀ ਗੱਲ ਹੋ ਰਹੀ ਆ, ਤਾਂ ਡਾਕਟਰ ਧਰਮਵੀਰ ਗਾਂਧੀ ਵੀ ਇਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਪੰਜਾਬ ਆ ਉਸ ਨੂੰ ਬੰਜਰ ਬਣਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ। ਪੰਜਾਬ ਜਿਹੜਾ ਕਿ ਹਮੇਸ਼ਾ ਹਿੱਕ ਡਾ ਕੇ ਲੜਦਾ ਰਿਹਾ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਜੀ ਡੱਲੇਵਾਲ, ਜਗਜੀਤ ਸਿੰਘ ਡੱਲੇਵਾਲ ਜੋ ਕਿ 5 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ, ਕਿਸਾਨ ਮੋਰਚੇ ਦੇ ਆਗੂ ਨੇ, ਸੋ ਉਹਨਾਂ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੱਥੇ ਅਸੀਂ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਰਹੇ ਹਾਂ, ਸਾਡੀਆਂ ਮੰਗਾਂ ਸੀ ਜਿਹੜੀਆਂ ਉਹ ਦਿੱਲੀ ਸਰਕਾਰ ਤੋਂ ਸੀ, ਉੱਥੇ ਓਨੀਆਂ ਹੀ ਮੰਗਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਪਾਰਟੀ ਤੋਂ ਨੇ। ਤਾਂ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਏ ਨੇ। ਤਾਂ ਕੱਲ ਜਦੋਂ ਉਹਨਾਂ ਦੇ ਕੋਲ ਕੁਲਤਾਰ ਸਿੰਘ ਸੰਧਵਾਂ ਜੀ ਪਹੁੰਚੇ ਤਾਂ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਉਹਨਾਂ ਨੇ ਇਹੋ ਹੀ ਗੱਲਾਂ ਕਰੀਆਂ। ਤਾਂ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰੀ ਤਾਂ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉਹਨਾਂ ਦਾ ਕੋਈ ਰੁੱਖ ਨਹੀਂ ਲੱਗਿਆ ਕਿ ਉਹ ਸਰਕਾਰ ਦੇ ਵੱਲੋਂ ਆਏ ਨੇ, ਉਹ ਤਾਂ ਇੱਕ ਆਮ ਭਾਈਚਾਰਾ ਨਿਭਾਉਣ ਆਏ ਨੇ। ਉੱਥੇ ਹੀ ਕੁਲਤਾਰ ਸਿੰਘ ਸੰਧਵਾਂ ਜਿਹੜੇ ਕਿ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ, ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਅਸੀਂ ਆਪਣੇ ਭਾਈਚਾਰੇ ਦੇ ਤੌਰ ਤੇ ਆਏ ਹਾਂ, ਤਾਂ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਗੌਰ ਕਰਾਂਗੇ। ਤਾਂ ਦੂਸਰੇ ਪਾਸੇ ਜਦੋਂ ਅਸੀਂ ਡੱਲੇਵਾਲ ਦੇ ਨਾਲ ਗੱਲ ਕਰਦੇ ਹਾਂ ਤਾਂ ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੰਨਾ ਟਾਈਮ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਮਰਨ ਵਰਤ ਨਹੀਂ ਤੋੜਾਂਗੇ। ਤਾਂ ਉੱਥੇ ਹੀ ਡੱਲੇਵਾਲ ਦਾ ਇਹ ਵੀ ਕਹਿਣਾ ਹੈਗਾ ਕਿ ਜੇਕਰ ਸਾਨੂੰ ਧੱਕੇ ਨਾਲ ਜਾਂ ਸਾਨੂੰ ਇੱਦਾਂ ਕੋਈ ਚੁੱਕ ਕੇ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕਰੇਗਾ, ਜਾਂ ਡਾਕਟਰਾਂ ਦੀ ਟੀਮ ਵੀ ਆਈ ਸੀ ਤਾਂ ਉਹਨਾਂ ਨੇ ਡਾਕਟਰਾਂ ਦੀ ਟੀਮ ਨੂੰ ਵੀ ਸਾਫ਼ ਜਵਾਬ ਦੇ ਦਿੱਤਾ ਕਿ ਇਸ ਜਿੰਨਾ ਟਾਈਮ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਦੇ ਉੱਪਰ ਡੱਲੇਵਾਲ ਸਾਹਿਬ ਅੜੇ ਹੋਏ ਨੇ, ਫਰੀਦਕੋਟ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਨੇ, ਭੁੱਖ ਮਰਨ ਵਰਤ ਤੇ ਬੈਠੇ ਨੇ, ਤਾਂ ਉਹਨਾਂ ਦਾ ਇਹੋ ਹੀ ਕਹਿਣਾ ਹੈਗਾ ਕਿ ਸਾਡੀਆਂ ਮੰਗਾਂ ਜਿੰਨਾ ਟਾਈਮ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਇੱਥੋਂ ਜਿਹੜਾ ਕਿ ਇਹ ਧਰਨਾ ਜਾਂ ਮਰਨ ਵਰਤਾ ਨਹੀਂ ਤੋੜਾਂਗੇ। ਜੀ ਬਿਲਕੁਲ, ਡੱਲੇਵਾਲ ਜੀ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਨੇ ਉਹਨਾਂ ਨਾਲ ਕੋਝੀ ਸਾਜ਼ਿਸ਼ ਕੀਤੀ ਹੈ, ਕੋਝੀ ਚਾਲ ਚੱਲੀ ਹੈ ਕਿ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਨਹੀਂ, ਫਿਲਹਾਲ ਦੇ ਲਈ ਇਕੱਲੇ ਡੱਲੇਵਾਲ ਸਾਹਿਬ ਹੀ ਨੇ, ਤਾਂ ਉਹਨਾਂ ਦੇ ਹਮਾਇਤ ਦੇ ਵਿੱਚ ਹਲੇ ਤੱਕ ਕੋਈ ਵੀ ਆਗੂ ਨਹੀਂ ਨਿੱਤਰ ਕੇ ਸਾਹਮਣੇ ਆਇਆ। ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਸੀ ਉਦੋਂ ਜਿਹੜੀਆਂ ਪੰਜਾਬ ਦੀਆਂ 32 ਤੇ 30 ਜਥੇਬੰਦੀਆਂ ਸੀ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਦਿਸੀਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਜਿਹੜਾ ਅੰਦੋਲਨ ਆ ਉਹ ਪੰਜਾਬ ਦੇ ਲਈ ਫਤਿਹ ਮਾਰਚ ਦੇ ਰੂਪ ਦੇ ਵਿੱਚ ਵਾਪਸ ਆਇਆ, ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਪਾਰਟੀਆਂ ਸੀ ਜਾਂ ਜਿਹੜੀਆਂ ਜਥੇਬੰਦੀਆਂ ਸੀ ਇਹ ਅਲੱਗ-ਅਲੱਗ ਹੋ ਗਈਆਂ ਸੀ। ਇਹਨਾਂ ਦੀ ਵਿਚਾਰਧਾਰਾ ਜਦੋਂ ਇਹਨਾਂ ਨੂੰ ਸਵਾਲ ਕਰਦੇ ਤਾਂ ਇਹ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਅਲੱਗ ਆ, ਉਹਨਾਂ ਦੀ ਵਿਚਾਰਧਾਰਾ ਅਲੱਗ ਆ। ਇੱਕ ਝੰਡੇ ਥੱਲੇ ਕਦੇ ਵੀ ਇਹ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਇਹ ਜਥੇਬੰਦੀਆਂ ਇਕੱਠੀਆਂ ਹੋਣ ਦਾ ਕਾਰਨ ਇਹ ਸੀ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਵੀ ਆਪੋ ਆਪਣੇ ਝੰਡੇ ਲੈ ਕੇ ਗਏ ਸੀ ਇਹ, ਤਾਂ ਇਹਨਾਂ ਦਾ ਇਕੱਠੇ ਹੋਣ ਦਾ ਇਹੋ ਕਾਰਨ ਸੀ ਕਿ ਅੱਜ ਪੰਜਾਬ ਨੂੰ ਸਾਰਿਆਂ ਨੂੰ
ਇਕੱਠੇ ਹੋ ਕੇ ਬਚਾਉਣ ਦੀ ਲੋੜ ਆ। ਦਿੱਲੀ ਦੇ ਬਾਰਡਰਾਂ ਤੇ ਇਸੇ ਕਰਕੇ ਇਕੱਠੇ ਹੋ ਕੇ ਬੈਠੇ ਸੀ, ਪਰ ਡੱਲੇਵਾਲ ਦੇ ਹੱਕ ਦੇ ਵਿੱਚ ਹਲੇ ਤੱਕ ਕੋਈ ਵੀ ਕਿਸਾਨ ਲੀਡਰ ਜਾਂ ਕੋਈ ਵੀ ਕਿਸਾਨ ਆਗੂ ਨਹੀਂ ਨਿਤਰਿਆ। ਤਾਂ ਦੂਸਰੇ ਪਾਸੇ ਜਿਹੜੇ ਦੂਸਰੇ ਕਿਸਾਨ ਆਗੂ ਨੇ ਉਹਨਾਂ ਦਾ ਇਹੋ ਕਹਿਣਾ ਗਾ ਕਿ ਅਸੀਂ 30 ਦਸੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਚੰਡੀਗੜ੍ਹ ਨੂੰ ਜਾਵਾਂਗੇ ਤੇ 26 ਨਵੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਉਹ ਗਵਰਨਰ ਹਾਊਸ ਵੱਲ ਕੂਚ ਕਰਾਂਗੇ ਜਦੋਂ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ। ਤਾਂ ਦੂਸਰੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਜਦੋਂ ਦਿੱਲੀ ਦੇ ਬਾਰਡਰਾਂ ਤੋਂ ਇਹ ਵਾਪਸ ਪਰਤੇ ਤਾਂ ਆਉਂਦਿਆਂ ਹੀ ਕੁਝ ਕੁ ਜਥੇਬੰਦੀਆਂ ਨੇ ਸਿਆਸੀ ਤੌਰ ਤੇ ਵਿਚਰਨਾ ਸ਼ੁਰੂ ਕਰ ਦਿੱਤਾ ਤੇ ਸਿਆਸੀ ਜਿਹੜੀ ਕਿ ਆਪਣੀ ਇੱਕ ਪਾਰਟੀ ਆ ਉਹ ਵੀ ਬਣਾਈ ਸੀਗੀ ਸੰਯੁਕਤ ਸਮਾਜ ਮੋਰਚਾ, ਤਾਂ ਜਿਸ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਜਿੱਤ ਹਾਸਲ ਨਹੀਂ ਹੋਈ ਤੇ ਸਭ ਦੀਆਂ ਤਕਰੀਬਨ ਕੇ ਜ਼ਮਾਨਤਾਂ ਜਿਹੜੀਆਂ ਕਿ ਉਹ ਜ਼ਬਤ ਹੋਈਆਂ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। SYL ਦੇ ਮੁੱਦੇ ਦੀ ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਕੀ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਕਰਦੇ ਹਾਂ ਪੰਜਾਬ ਦੀ ਸਮੀਖਿਆ। ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਜੋ ਕਿ ਇਸ ਸਮੇਂ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਹਰਜਿੰਦਰ ਜੀ, ਪੰਜਾਬ ਦੇ ਕਾਫੀ ਸਾਰੇ ਮਸਲੇ ਅੱਜ ਵਿਚਾਰਨੇ ਜੀ ਆਪਾਂ ਨੇ। ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਖਾਲਸਾ ਵਹੀਰ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸੋ ਕੀ ਅੱਜ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਕੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਅਜੇ ਹੋਣਾ ਹੈ? ਤੇ ਇਹ ਜਿਹੜਾ ਨਗਰ ਕੀਰਤਨ ਹੈ ਇਸ ਦਾ ਖਾਸ ਕਰਕੇ ਜਿਹੜਾ ਪ੍ਰਵਾਹ ਕਿਸ ਸਾਈਡ ਤੋਂ ਜਾਂ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ? ਜੀ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਅੱਜ ਸ਼ੁਰੂ ਹੋਣਾਗਾ ਉਹ ਸਵੇਰੇ 9 ਵਜੇ ਦਾ ਸਮਾਂ ਗਾ ਜਿਹੜਾ ਕਿ ਉੱਥੋਂ ਸ਼ੁਰੂ ਹੋਣਾ। ਤਾਂ ਉਸ ਦੇ ਵਿੱਚ ਇੱਕ ਉਹਨਾਂ ਨੇ ਅਹਿਮ ਜਿਹੜੀ ਕਿ ਗੱਲ ਦੱਸੀ ਗਈ ਹੈ, ਕਹਿੰਦੇ ਕਿ ਵੀ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ। ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਦਿਸ ਗਿਆ ਤਾਂ ਉਸ ਦੇ ਨਾਲ ਸਖਤੀ ਨਾਲ ਨਿਬੜਿਆ ਜਾਵੇ, ਕਿਉਂਕਿ ਇਹ ਵਾਰਸ ਪੰਜਾਬ ਦੀ ਜਥੇਬੰਦੀ ਦਾ ਜੋ ਪੇਜ ਆ ਉਸ ਦੇ ਉੱਪਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਤਾਂ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਖਾਲਸਾ ਵਹੀਰ ਦੇ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਜਾ ਕੇ ਇਹਨਾਂ ਦਾ ਪਹਿਲਾ ਪੜਾਅ ਹੋਏਗਾ, ਜਿਸ ਪੜਾਅ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਤਾਂ ਸਵੇਰ ਦੇ ਸਮੇਂ ਉੱਥੇ ਅੰਮ੍ਰਿਤ ਸੰਚਾਰ ਕਰਕੇ ਫਿਰ ਅੱਗੇ ਜਿਹੜਾ ਪੜਾਅ ਹੋਊਗਾ ਬਾਬਾ ਬਕਾਲਾ ਸਾਹਿਬ ਦਾ, ਤਾਂ ਉੱਥੋਂ ਰਵਾਨਾ ਹੋਵਾਂਗੇ। ਇਹ ਜਿਹੜੀ ਖਾਲਸਾ ਵਹੀਰ ਆ ਇਸ ਦਾ ਇੱਕ ਖਾਸ ਮਤਲਬ ਵੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਸਭਾ ਦੇ ਦਿਨ ਆ ਰਹੇ ਨੇ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਕਿ ਕਿਲ੍ਹਾ ਗਾ ਉੱਥੇ ਪਹੁੰਚਣਾਗਾ, ਜਿਹੜਾ ਕਿ 8 ਪੋਹ ਤੱਕ ਇਹਨਾਂ ਦਾ ਟਾਰਗੇਟ ਆ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਕਿਉਂਕਿ ਇਹ ਪਹਿਲੀ ਵਹੀਰ ਹੋਊਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 8 ਪੋਹ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਾਰਗ ਤੇ ਗਏ ਸੀ ਉਸੇ ਮਾਰਗ ਦੇ ਉੱਪਰ ਇਹਨਾਂ ਨੇ ਚਾਲੇ ਪਾ ਦੇਣੇ ਨੇ ਜੀ। ਗੱਲ ਕਰਦੇ ਹਾਂ ਜੀ ਅਗਲੀ ਖਬਰ ਤੇ। ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕੀ ਹੈ ਪੂਰੀ ਜਾਣਕਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਗਨ ਕਲਚਰ ਦੇ ਉੱਪਰ ਇੱਕ ਤਾਂ ਸ਼ਲਾਘਾਯੋਗ ਕਦਮ ਵੀ ਹੈ ਇਹ ਸਰਕਾਰ ਦਾ, ਜਿਹੜਾ ਕਿ ਸਰਕਾਰ ਨੇ ਇਹ
ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਕਿ ਸਾਡੇ ਇੱਥੇ ਆਪਾਂ ਬਰਨਾਲਾ ਜ਼ਿਲ੍ਹੇ ਦੇ ਤਹਿਸੀਲ ਤਪਾ ਦੀ ਗੱਲ ਕਰਦੇ ਹਾਂ, ਤਪਾ ਤਹਿਸੀਲ ਦੇ ਵਿੱਚ ਵੀ ਜਿਹੜੇ 6 ਨੌਜਵਾਨ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ, 6 ਲੋਕਾਂ ਦੇ ਉੱਪਰ ਪਰਚਾ ਦਰਜ ਹੋਇਆ, ਕਿਉਂਕਿ ਅੱਜ ਹੀ ਖਬਰ ਜਿਹੜੀ ਕਿ ਉਹ ਸਾਹਮਣੇ ਆ ਰਹੀ ਆ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। ਜੇਕਰ ਅਸੀਂ ਗਨ ਕਲਚਰ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਹੀ ਹੋਣਾ ਕਿ ਪ੍ਰਮੋਟ ਕਰ ਰਹੇ ਸੀ ਜਿਹੜੇ ਗਨ ਕਲਚਰ ਨੂੰ, ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਫਾਇਰਿੰਗ ਮਾਰਦੇ ਸੀ ਜਾਂ ਫਾਇਰਿੰਗ ਕਰਦੇ ਸੀ, ਦਾਰੂ ਪੀਤੀ ਹੁੰਦੀ ਸੀ, ਸ਼ਰਾਬ ਪੀਤੀ ਹੁੰਦੀ ਸੀ, ਨਸ਼ੇ ਦੇ ਵਿੱਚ ਟੁੰਨ, ਕਈ ਤਾਂ ਕਤਲ ਵੀ ਹੋ ਗਏ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ। ਇਸ ਦੇ ਲਈ ਸਰਕਾਰ ਆ ਜਿਹੜੀ ਉਹ ਸ਼ਲਾਘਾਯੋਗ ਕਦਮ ਚੁੱਕ ਰਹੀ ਆ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ, ਗਨ ਕਲਚਰ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਕਿ ਖਤਮ ਕਰ ਦੇਣਾ ਚਾਹੀਦਾ ਸੀ। ਪਰ ਉਹ ਗਨ ਕਲਚਰ ਖਤਮ ਕਰਨਾ ਚਾਹੀਦਾ ਸੀ ਜਿਹੜੇ ਕਿ ਫੁਕਰਬਾਜ਼ੀਆਂ ਦੇ ਵਿੱਚ ਫਾਇਰ ਕਰਦੇ ਨੇ ਜਾਂ ਜਿਹੜੇ ਫੁਕਰਬਾਜ਼ੀਆਂ ਦੇ ਵਿੱਚ ਕਤਲ ਕਰ ਜਾਂਦੇ ਨੇ, ਉਹ ਗਨ ਕਲਚਰ ਨੂੰ ਖਤਮ ਕਰਨਾ ਸੀ। ਜੇਕਰ ਸਰਕਾਰ ਨੇ ਹੁਣ ਕਦਮ ਚੁੱਕਿਆ, ਚਲੋ ਦੇਰ ਆਏ ਦਰੁਸਤ ਆਏ, ਚੰਗੀ ਗੱਲ ਆ ਜੀ। ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ, ਜੇ ਇਹੀ ਕਦਮ ਅੱਜ ਤੋਂ 10 ਸਾਲ ਜਾਂ 20 ਸਾਲ ਪਹਿਲਾਂ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਸਾਡੇ ਵਿੱਚ ਸਾਡੇ ਜਿਹੜੇ ਸਿੰਗਰ ਨੇ, ਸਿੱਧੂ ਮੂਸੇਵਾਲਾ ਹੋ ਗਿਆ ਜਾਂ ਜਿਵੇਂ ਕਿ ਸੰਦੀਪ ਨੰਗਲੰਬੀਆਂ ਹੋ ਗਏ, ਜਿਹੜੇ ਕਿ ਪਲੇਅਰ ਨੇ, ਸ਼ਾਇਦ ਉਹ ਅੱਜ ਸਾਡੇ ਵਿੱਚੋਂ ਨਾ ਜਾਂਦੇ। ਤਾਂ ਇਸ ਦੇ ਉੱਪਰ ਕਾਫੀ ਸਮਾਂ ਪਹਿਲਾਂ ਜਿਹੜੀ ਕਿ ਗੌਰ ਕਰ ਲੈਣੀ ਚਾਹੀਦੀ ਸੀ। ਤੇ ਦੂਸਰੇ ਪਾਸੇ ਜਿਹੜੀ ਕਿ ਗਨ ਕਲਚਰ ਆ, ਗਨ ਕਲਚਰ ਦਾ ਇੱਕ ਅਜਿਹਾ ਦੌਰ ਚੱਲ ਪਿਆ ਕਿ ਹਰ ਇੱਕ ਹੱਥ ਦੇ ਵਿੱਚ ਫੜ ਕੇ ਫੁਕਰਪੰਥੀ ਦਿਖਾਉਣੀ ਲਾਜ਼ਮੀ ਸਮਝਦਾ। ਪਰ ਦੂਸਰੇ ਪਾਸੇ ਗਨ ਕਲਚਰ ਦੀ ਜਦੋਂ ਗੱਲ ਹੁੰਦੀ ਆ ਤਾਂ ਜਿਹੜੇ ਹਥਿਆਰ ਆਪਣੀ ਆਤਮ ਰੱਖਿਆ ਦੇ ਲਈ ਰੱਖੇ ਜਾਂਦੇ ਨੇ ਤਾਂ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ, ਉਹਨਾਂ ਦਾ ਪੂਰਾ ਵੈਰੀਫਾਈ ਕਰਕੇ ਉਹਨਾਂ ਨੂੰ ਲਾਇਸੈਂਸ ਆ ਜਿਹੜੇ ਉਹ ਤਾਂ ਕਰਕੇ ਹੀ ਮੁਹੱਈਆ ਕਰਵਾਉਣੇ ਚਾਹੀਦੇ ਨੇ ਜੀ। ਅਗਲੀ ਖਬਰ ਤੇ ਗੱਲ ਕਰਦੇ ਹਾਂ ਜੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਮੰਗ ਕੀਤੀ ਹੈ ਜੀ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੀ ਜਾਵੇ। ਕੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ? ਜੀ, ਹਲੇ ਤੱਕ ਕੋਈ ਪ੍ਰਤੀਕਿਰਿਆ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ। ਪਰ ਦੂਸਰੇ ਪਾਸੇ ਜਿਹੜਾ ਕਿ ਸਿਆਸਤ ਹੈ ਇਸ ਮੁੱਦੇ ਦੇ ਉੱਪਰ ਕਾਫੀ ਗਰਮ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਸਿਆਸਤ ਦੇ ਵਿੱਚ ਹਰ ਇੱਕ ਵਿਰੋਧੀ ਪਾਰਟੀ ਇਸ ਦੇ ਉੱਪਰ ਜਿਹੜਾ ਕਿ ਨਿਸ਼ਾਨੇ ਸਾਧ ਰਹੀ ਆ, ਕਿਉਂਕਿ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ, ਵਿਰੋਧੀ ਪਾਰਟੀਆਂ ਦਾ ਹੱਕ ਵੀ ਆ ਕਿ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਯਾਦ ਕਰਵਾਇਆ ਜਾਵੇ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ। ਇਹ ਛੋਟੇ ਹੁੰਦੇ ਜਿਹੜੀਆਂ ਕਿ ਕਹਾਵਤਾਂ ਸੀ ਉਹ ਪੜ੍ਹਦੇ ਰਹੇ ਆ, ਪਰ ਜਿਹੜਾ ਚੰਡੀਗੜ੍ਹ ਆ ਉਹ ਹਮੇਸ਼ਾ ਪੰਜਾਬ ਦਾ ਹੀ ਰਿਹਾ ਗਾ। ਜੇ ਅਸੀਂ ਗੱਲ ਕਰਦੇ ਹਾਂ, ਹਰਿਆਣੇ ਦੀ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਨੂੰ 10 ਏਕੜ ਜਿਹੜੀ ਜ਼ਮੀਨ ਆ ਉਹ ਵਿਧਾਨ ਸਭਾ ਬਣਾਉਣ ਦੇ ਲਈ ਦਿੱਤੀ ਜਾਵੇ। ਤਾਂ ਦੂਸਰੇ ਪਾਸੇ ਜਿਹੜੀਆਂ ਕਿ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜੀ 10 ਏਕੜ ਦੀ ਉਹ ਮੰਗ ਕਰ ਰਹੇ ਨੇ ਉਹ ਪੰਚਕੂਲੇ ਦੇ ਵਿੱਚ ਕਿਉਂ ਨਹੀਂ ਬਣਾ ਲੈਂਦੇ ਜੀ, ਜਿਹੜੀ ਕਿ ਆਪਣੀ ਵਿਧਾਨ ਸਭਾ ਜੇਕਰ ਉਹਨਾਂ ਨੂੰ ਅਲੱਗ ਚਾਹੀਦੀ ਆ। ਜਿਹੜਾ ਚੰਡੀਗੜ੍ਹ ਆ, ਵਿਰੋਧੀ ਪਾਰਟੀ ਨੇ ਕਹਿਣਾ ਹੈ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਗਿਆ ਇੱਕ ਸ਼ਹਿਰ ਸੀ, ਪੰਜਾਬ ਦੀ ਰਾਜਧਾਨੀ ਸੀ। 1966 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੁੰਦੀ ਆ ਤਾਂ ਉਦੋਂ ਪੰਜਾਬ ਦੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਜਾਂਦੇ ਆ, ਪੰਜਾਬ ਦੇ ਕੋਲੋਂ ਚੰਡੀਗੜ੍ਹ ਆ ਜਿਹੜਾ ਉਸ ਨੂੰ ਯੂਟੀ ਬਣਾ ਦਿੱਤਾ ਜਾਂਦਾ, ਪੰਜਾਬ ਦੇ ਕੋਲੋਂ ਜਿਹੜਾ ਕਿ ਹਰਿਆਣਾ ਹਿਮਾਚਲ ਆ ਉਹ ਵੱਖ ਕਰ ਦਿੱਤੇ ਜਾਂਦੇ ਆ। ਤਾਂ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਸਿਆਸਤ ਲਾ ਲਓ ਜਾਂ ਫਿਰ ਇਸ ਨੂੰ ਤੁਸੀਂ ਇਹ ਲਾ ਲਓ ਕਿ ਜਦੋਂ ਇਲੈਕਸ਼ਨਾਂ ਦਾ ਟਾਈਮ ਹੁੰਦਾ ਉਦੋਂ ਤਾਂ ਇਹ ਮੁੱਦੇ ਉਭਾਰੇ ਹੀ ਜਾਂਦੇ ਨੇ, ਬੇਸ਼ੱਕ ਉਹ ਪਾਣੀਆਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ ਜੀ। ਜੇਕਰ ਗੱਲ ਕੀਤੀ ਜਾਵੇ ਪਾਣੀਆਂ ਦੇ ਮੁੱਦੇ ਦੀ, SYL ਦੇ ਮੁੱਦੇ ਦੀ, ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਪਿਛਲੇ ਦਿਨੀ ਜਿਹੜੀ ਕਿ ਮੀਟਿੰਗ ਹੋਈ ਹੈਗੀ ਦੋਨੋਂ ਮੁੱਖ ਮੰਤਰੀ ਦੀ, ਪੰਜਾਬ ਦੇ ਮੁੱਖ ਮੰਤਰੀ ਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿ ਪੰਜਾਬ ਦੇ ਕੋਲ ਹਰਿਆਣੇ ਦੇ ਲਈ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਰ ਉੱਥੇ ਹੀ ਜਦੋਂ ਤੁਸੀਂ ਇੱਕ ਭਾਸ਼ਣ ਸੁਣਿਆ ਹੋਣਾ, ਸਿੱਧੂ ਮੂਸੇਵਾਲੇ ਦਾ ਗੀਤ ਵੀ ਆਉਂਦਾ SYL ਦੇ ਵਿੱਚ ਉਹਨਾਂ ਦਾ ਹਰਿਆਣੇ ਦਾ ਜਿਹੜਾ ਕਿ ਇੱਕ ਮੇਨ ਬੰਦਾ ਹੁੰਦਾ ਆਮ ਆਦਮੀ ਪਾਰਟੀ ਦਾ, वो ये कहना नजर आता कि पंजाब में हमारी सरकार बन गई है, हरियाणा में हमारी सरकार बनेगी, 2024 में हर एक खेत में पानी की बूंद बूंद होगी। तो ਇਹਦਾ ਜਿਹੜਾ ਕਿ ਮਤਲਬ ਉਹ ਕੀ ਬਣਦਾ, ਉੱਥੇ ਕਿਉਂ ਨਹੀਂ ਸਟੈਂਡ ਲੈ ਰਹੇ ਮੁੱਖ ਮੰਤਰੀ ਸਾਹਿਬ? ਇੱਕ ਵਾਰ ਉਹਨਾਂ ਨੇ ਇਹ ਕਹਿਤਾ ਗਾ ਕਿ ਅਸੀਂ SYL ਦੇ ਰਾਹੀਂ ਪਾਣੀ ਨਹੀਂ ਦੇਵਾਂਗੇ, ਪਰ ਜਿਹੜਾ ਦੂਸਰਾ ਪਾਣੀ ਜਾ ਰਿਹਾ, ਜਿੱਦਾਂ ਕਿ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਤੁਸੀਂ ਇਹ ਦੇਖੋ ਕਿ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ। ਪਾਣੀਆਂ ਦਾ ਮੁੱਦਾ ਕੀ ਇੱਦਾਂ ਨਹੀਂ ਹੈਗਾ
ਜਿਵੇਂ ਕਿ ਹੁਣ ਜਿਹੜੇ ਵੱਡੇ ਸਾਇੰਸਦਾਨ ਨੇ ਜਾਂ ਜਿਹੜੇ ਵੱਡੇ ਸਮਾਜ ਸੇਵੀ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਗਾ ਕਿ ਪੰਜਾਬ ਦੇ ਵਿੱਚ ਜਵਾਨੀ ਵੀ ਆ ਜਿਹੜੀ ਉਹ 15 ਸਾਲ ਦੀ ਰਹਿ ਗਈ ਆ, ਜਿਹੜਾ ਪਾਣੀ ਆ ਉਹ ਵੀ 15 ਸਾਲ ਦਾ ਰਹਿ ਗਿਆ। ਜਵਾਨੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ, ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਵੀ ਗੱਲ ਹੋ ਰਹੀ ਆ, ਤਾਂ ਡਾਕਟਰ ਧਰਮਵੀਰ ਗਾਂਧੀ ਵੀ ਇਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਪੰਜਾਬ ਆ ਉਸ ਨੂੰ ਬੰਜਰ ਬਣਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ। ਪੰਜਾਬ ਜਿਹੜਾ ਕਿ ਹਮੇਸ਼ਾ ਹਿੱਕ ਡਾ ਕੇ ਲੜਦਾ ਰਿਹਾ, ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਜੀ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੋ ਕਿ 5 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ, ਕਿਸਾਨ ਮੋਰਚੇ ਦੇ ਆਗੂ ਨੇ, ਸੋ ਉਹਨਾਂ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੱਥੇ ਅਸੀਂ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਰਹੇ ਹਾਂ, ਸਾਡੀਆਂ ਮੰਗਾਂ ਸੀ ਜਿਹੜੀਆਂ ਉਹ ਦਿੱਲੀ ਸਰਕਾਰ ਤੋਂ ਸੀ, ਉੱਥੇ ਓਨੀਆਂ ਹੀ ਮੰਗਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਪਾਰਟੀ ਤੋਂ ਨੇ। ਤਾਂ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਏ ਨੇ। ਤਾਂ ਕੱਲ ਜਦੋਂ ਉਹਨਾਂ ਦੇ ਕੋਲ ਕੁਲਤਾਰ ਸਿੰਘ ਸੰਧਵਾ ਜੀ ਪਹੁੰਚੇ, ਤਾਂ ਕੁਲਤਾਰ ਸਿੰਘ ਸੰਧਵਾ ਨੂੰ ਵੀ ਉਹਨਾਂ ਨੇ ਇਹੋ ਹੀ ਗੱਲਾਂ ਕਰੀਆਂ। ਤਾਂ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰੀ ਤਾਂ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉਹਨਾਂ ਦਾ ਕੋਈ ਰੁੱਖ ਨਹੀਂ ਲੱਗਿਆ ਕਿ ਉਹ ਸਰਕਾਰ ਦੇ ਵੱਲੋਂ ਆਏ ਨੇ, ਉਹ ਤਾਂ ਇੱਕ ਆਮ ਭਾਈਚਾਰਾ ਨਿਭਾਉਣ ਆਏ ਨੇ। ਉੱਥੇ ਹੀ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ, ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਅਸੀਂ ਆਪਣੇ ਭਾਈਚਾਰੇ ਦੇ ਤੌਰ ਤੇ ਆਏ ਹਾਂ, ਤਾਂ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਗੌਰ ਕਰਾਂਗੇ। ਤਾਂ ਦੂਸਰੇ ਪਾਸੇ ਜਦੋਂ ਅਸੀਂ ਡੱਲੇਵਾਲ ਦੇ ਨਾਲ ਗੱਲ ਕਰਦੇ ਹਾਂ ਤਾਂ ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੰਨਾ ਟਾਈਮ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਮਰਨ ਵਰਤ ਨਹੀਂ ਤੋੜਾਂਗੇ। ਤਾਂ ਉੱਥੇ ਹੀ ਡੱਲੇਵਾਲ ਦਾ ਇਹ ਵੀ ਕਹਿਣਾ ਗਾ ਕਿ ਜੇਕਰ ਸਾਨੂੰ ਧੱਕੇ ਨਾਲ ਜਾਂ ਸਾਨੂੰ ਇੱਦਾਂ ਕੋਈ ਚੁੱਕ ਕੇ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕਰੇਗਾ, ਜਾਂ ਡਾਕਟਰਾਂ ਦੀ ਟੀਮ ਵੀ ਆਈ ਸੀ, ਤਾਂ ਉਹਨਾਂ ਨੇ ਡਾਕਟਰਾਂ ਦੀ ਟੀਮ ਨੂੰ ਵੀ ਸਾਫ਼ ਜਵਾਬ ਦੇ ਦਿੱਤਾ ਕਿ ਇਸ ਜਿੰਨਾ ਟਾਈਮ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਦੇ ਉੱਪਰ ਡੱਲੇਵਾਲ ਸਾਹਿਬ ਅੜੇ ਹੋਏ ਨੇ, ਫਰੀਦਕੋਟ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਨੇ, ਭੁੱਖ ਮਰਨ ਵਰਤ ਤੇ ਬੈਠੇ ਨੇ, ਤਾਂ ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਸਾਡੀਆਂ ਮੰਗਾਂ ਜਿੰਨਾ ਟਾਈਮ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਇੱਥੋਂ ਜਿਹੜਾ ਕਿ ਇਹ ਧਰਨਾ ਜਾਂ ਮਰਨ ਵਰਤਾ ਨਹੀਂ ਤੋੜਾਂਗੇ। ਜੀ ਬਿਲਕੁਲ, ਡੱਲੇਵਾਲ ਜੀ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਨੇ ਉਹਨਾਂ ਨਾਲ ਕੋਝੀ ਸਾਜ਼ਿਸ਼ ਕੀਤੀ ਹੈ, ਕੋਝੀ ਚਾਲ ਚੱਲੀ ਹੈ ਕਿ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਨਹੀਂ, ਫਿਲਹਾਲ ਦੇ ਲਈ ਇਕੱਲੇ ਡੱਲੇਵਾਲ ਸਾਹਿਬ ਹੀ ਨੇ, ਤਾਂ ਉਹਨਾਂ ਦੇ ਹਮਾਇਤ ਦੇ ਵਿੱਚ ਹਲੇ ਤੱਕ ਕੋਈ ਵੀ ਆਗੂ ਨਹੀਂ ਨਿੱਤਰ ਕੇ ਸਾਹਮਣੇ ਆਇਆ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਸੀ ਉਦੋਂ ਜਿਹੜੀਆਂ ਪੰਜਾਬ ਦੀਆਂ 32 ਤੇ 30 ਜਥੇਬੰਦੀਆਂ ਸੀ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਦਿਸੀਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਜਿਹੜਾ ਅੰਦੋਲਨ ਆ ਉਹ ਪੰਜਾਬ ਦੇ ਲਈ ਫਤਿਹ ਮਾਰਚ ਦੇ ਰੂਪ ਦੇ ਵਿੱਚ ਵਾਪਸ ਆਇਆ, ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਪਾਰਟੀਆਂ ਸੀ ਜਾਂ ਜਿਹੜੀਆਂ ਜਥੇਬੰਦੀਆਂ ਸੀ ਇਹ ਅਲੱਗ-ਅਲੱਗ ਹੋ ਗਈਆਂ ਸੀ। ਇਹਨਾਂ ਦੀ ਵਿਚਾਰਧਾਰਾ ਜਦੋਂ ਇਹਨਾਂ ਨੂੰ ਸਵਾਲ ਕਰਦੇ ਤਾਂ ਇਹ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਅਲੱਗ ਆ, ਉਹਨਾਂ ਦੀ ਵਿਚਾਰਧਾਰਾ ਅਲੱਗ ਆ। ਇੱਕ ਝੰਡੇ ਥੱਲੇ ਕਦੇ ਵੀ ਇਹ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਇਹ ਜਥੇਬੰਦੀਆਂ ਇਕੱਠੀਆਂ ਹੋਣ ਦਾ ਕਾਰਨ ਇਹ ਸੀ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਵੀ ਆਪੋ ਆਪਣੇ ਝੰਡੇ ਲੈ ਕੇ ਗਏ ਸੀ ਇਹ, ਤਾਂ ਇਹਨਾਂ ਦਾ ਇਕੱਠੇ ਹੋਣ ਦਾ ਇਹੋ ਕਾਰਨ ਸੀ ਕਿ ਅੱਜ ਪੰਜਾਬ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਚਾਉਣ ਦੀ ਲੋੜ ਆ। ਦਿੱਲੀ ਦੇ ਬਾਰਡਰਾਂ ਤੇ ਇਸੇ ਕਰਕੇ ਇਕੱਠੇ ਹੋ ਕੇ ਬੈਠੇ ਸੀ। ਪਰ ਡੱਲੇਵਾਲ ਦੇ ਹੱਕ ਦੇ ਵਿੱਚ ਹਲੇ ਤੱਕ ਕੋਈ ਵੀ ਕਿਸਾਨ ਲੀਡਰ ਜਾਂ ਕੋਈ ਵੀ ਕਿਸਾਨ ਆਗੂ ਨਹੀਂ ਨਿਤਰਿਆ। ਤਾਂ ਦੂਸਰੇ ਪਾਸੇ ਜਿਹੜੇ ਦੂਸਰੇ ਕਿਸਾਨ ਆਗੂ ਨੇ ਉਹਨਾਂ ਦਾ ਇਹੋ ਕਹਿਣਾ ਗਾ ਕਿ ਅਸੀਂ 30 ਦਸੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਚੰਡੀਗੜ੍ਹ ਨੂੰ ਜਾਵਾਂਗੇ ਤੇ 26 ਨਵੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਉਹ ਗਵਰਨਰ ਹਾਊਸ ਵੱਲ ਕੂਚ ਕਰਾਂਗੇ ਜਦੋਂ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ। ਤਾਂ ਦੂਸਰੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਜਦੋਂ ਦਿੱਲੀ ਦੇ ਬਾਰਡਰਾਂ ਤੋਂ ਇਹ ਵਾਪਸ ਪਰਤੇ ਤਾਂ ਆਉਂਦਿਆਂ ਹੀ ਕੁਝ ਕੁ ਜਥੇਬੰਦੀਆਂ ਨੇ ਸਿਆਸੀ ਤੌਰ ਤੇ ਵਿਚਰਨਾ ਸ਼ੁਰੂ ਕਰ ਦਿੱਤਾ ਤੇ ਸਿਆਸੀ ਜਿਹੜੀ ਕਿ ਆਪਣੀ ਇੱਕ ਪਾਰਟੀ ਆ ਉਹ ਵੀ ਬਣਾਈ ਸੀਗੀ ਸੰਯੁਕਤ ਸਮਾਜ ਮੋਰਚਾ, ਤਾਂ ਜਿਸ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਜਿੱਤ ਹਾਸਲ ਨਹੀਂ ਹੋਈ ਤੇ ਸਭ ਦੀਆਂ ਤਕਰੀਬਨ ਕੇ ਜ਼ਮਾਨਤਾਂ ਜਿਹੜੀਆਂ ਕਿ ਉਹ ਜ਼ਬਤ ਹੋਈਆਂ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। SYL ਦੇ ਮੁੱਦੇ ਦੀ ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਚਲੋ ਚੰਗੀ ਗੱਲ ਆ, ਸਟੈਂਡ ਲੈਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ
ਕਿ ਪੰਜਾਬ ਦੇ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅੰਮ੍ਰਿਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਕੀ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ? ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਕਰਦੇ ਹਾਂ ਪੰਜਾਬ ਦੀ ਸਮੀਖਿਆ। ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਜੋ ਕਿ ਇਸ ਸਮੇਂ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਹਰਜਿੰਦਰ ਜੀ, ਪੰਜਾਬ ਦੇ ਕਾਫੀ ਸਾਰੇ ਮਸਲੇ ਅੱਜ ਵਿਚਾਰਨੇ ਜੀ ਆਪਾਂ ਨੇ। ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਖਾਲਸਾ ਵਹੀਰ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸੋ ਕੀ ਅੱਜ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਕੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਅਜੇ ਹੋਣਾ ਹੈ? ਤੇ ਇਹ ਜਿਹੜਾ ਨਗਰ ਕੀਰਤਨ ਹੈ ਇਸ ਦਾ ਖਾਸ ਕਰਕੇ ਜਿਹੜਾ ਪ੍ਰਵਾਹ ਕਿਸ ਸਾਈਡ ਤੋਂ ਜਾਂ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ? ਜੀ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਅੱਜ ਸ਼ੁਰੂ ਹੋਣਾਗਾ ਉਹ ਸਵੇਰੇ 9 ਵਜੇ ਦਾ ਸਮਾਂ ਗਾ ਜਿਹੜਾ ਕਿ ਉੱਥੋਂ ਸ਼ੁਰੂ ਹੋਣਾ। ਤਾਂ ਉਸ ਦੇ ਵਿੱਚ ਇੱਕ ਉਹਨਾਂ ਨੇ ਅਹਿਮ ਜਿਹੜੀ ਕਿ ਗੱਲ ਦੱਸੀ ਗਈ ਹੈ, ਕਹਿੰਦੇ ਕਿ ਵੀ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ। ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਦਿਸ ਗਿਆ ਤਾਂ ਉਸ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇ, ਕਿਉਂਕਿ ਵਾਰਸ ਪੰਜਾਬ ਦੀ ਜਥੇਬੰਦੀ ਦਾ ਜੋ ਪੇਜ ਆ ਉਸ ਦੇ ਉੱਪਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਤਾਂ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਖਾਲਸਾ ਵਹੀਰ ਦੇ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਜਾ ਕੇ ਇਹਨਾਂ ਦਾ ਪਹਿਲਾ ਪੜਾਅ ਹੋਏਗਾ, ਜਿਸ ਪੜਾਅ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਤਾਂ ਸਵੇਰ ਦੇ ਸਮੇਂ ਉੱਥੇ ਅੰਮ੍ਰਿਤ ਸੰਚਾਰ ਕਰਕੇ ਫਿਰ ਅੱਗੇ ਜਿਹੜਾ ਪੜਾਅ ਹੋਊਗਾ ਬਾਬਾ ਬਕਾਲਾ ਸਾਹਿਬ ਦਾ, ਤਾਂ ਉੱਥੋਂ ਰਵਾਨਾ ਹੋਵਾਂਗੇ। ਇਹ ਜਿਹੜੀ ਖਾਲਸਾ ਵਹੀਰ ਆ ਇਸ ਦਾ ਇੱਕ ਖਾਸ ਮਤਲਬ ਵੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਸਭਾ ਦੇ ਦਿਨ ਆ ਰਹੇ ਨੇ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਕਿ ਕਿਲ੍ਹਾ ਗਾ ਉੱਥੇ ਪਹੁੰਚਣਾਗਾ, ਜਿਹੜਾ ਕਿ 8 ਪੋਹ ਤੱਕ ਇਹਨਾਂ ਦਾ ਟਾਰਗੇਟ ਆ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਕਿਉਂਕਿ ਇਹ ਪਹਿਲੀ ਵਹੀਰ ਹੋਊਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 8 ਪੋਹ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਾਰਗ ਤੇ ਗਏ ਸੀ ਉਸੇ ਮਾਰਗ ਦੇ ਉੱਪਰ ਇਹਨਾਂ ਨੇ ਚਾਲੇ ਪਾ ਦੇਣੇ ਨੇ ਜੀ। ਗੱਲ ਕਰਦੇ ਹਾਂ ਜੀ ਅਗਲੀ ਖਬਰ ਤੇ। ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕੀ ਇਹ ਪੂਰੀ ਜਾਣਕਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ? ਜੀ ਗਨ ਕਲਚਰ ਦੇ ਉੱਪਰ ਇੱਕ ਤਾਂ ਸ਼ਲਾਘਾਯੋਗ ਕਦਮ ਵੀ ਹੈ ਇਹ ਸਰਕਾਰ ਦਾ, ਜਿਹੜਾ ਕਿ ਸਰਕਾਰ ਨੇ ਇਹ ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਕਿ ਸਾਡੇ ਇੱਥੇ ਆਪਾਂ ਬਰਨਾਲਾ ਜ਼ਿਲ੍ਹੇ ਦੇ ਤਹਿਸੀਲ ਤਪਾ ਦੀ ਗੱਲ ਕਰਦੇ ਨਾ, ਤਪਾ ਤਹਿਸੀਲ ਦੇ ਵਿੱਚ ਵੀ ਜਿਹੜੇ 6 ਨੌਜਵਾਨ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ, 6 ਲੋਕਾਂ ਦੇ ਉੱਪਰ ਪਰਚਾ ਦਰਜ ਹੋਇਆ, ਕਿਉਂਕਿ ਅੱਜ ਹੀ ਖਬਰ ਜਿਹੜੀ ਕਿ ਉਹ ਸਾਹਮਣੇ ਆ ਰਹੀ ਆ। 6 ਲੋਕਾਂ ਦੇ ਉੱਪਰ, 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। ਜੇਕਰ ਅਸੀਂ ਗਨ ਕਲਚਰ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਹੀ ਹੋਣਾ ਕਿ ਪ੍ਰਮੋਟ ਕਰ ਰਹੇ ਸੀ ਜਿਹੜੇ ਗਨ ਕਲਚਰ ਨੂੰ, ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਫਾਇਰਿੰਗ ਮਾਰਦੇ ਸੀ ਜਾਂ ਫਾਇਰਿੰਗ ਕਰਦੇ ਸੀ, ਦਾਰੂ ਪੀਤੀ ਹੁੰਦੀ ਸੀ, ਸ਼ਰਾਬ ਪੀਤੀ ਹੁੰਦੀ ਸੀ, ਨਸ਼ੇ ਦੇ ਵਿੱਚ ਟੁੰਨ, ਕਈ ਤਾਂ ਕਤਲ ਵੀ ਹੋ ਗਏ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ। ਇਸ ਦੇ ਲਈ ਸਰਕਾਰ ਆ ਜਿਹੜੀ ਉਹ ਸ਼ਲਾਘਾਯੋਗ ਕਦਮ ਚੁੱਕ ਰਹੀ ਆ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ, ਗਨ ਕਲਚਰ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਕਿ ਖਤਮ ਕਰ ਦੇਣਾ ਚਾਹੀਦਾ ਸੀ, ਪਰ ਉਹ ਗਨ ਕਲਚਰ ਖਤਮ ਕਰਨਾ ਚਾਹੀਦਾ ਸੀ ਜਿਹੜੇ ਕਿ ਫੁਕਰਬਾਜ਼ੀਆਂ ਦੇ ਵਿੱਚ ਫਾਇਰ ਕਰਦੇ ਨੇ ਜਾਂ ਜਿਹੜੇ ਫੁਕਰਬਾਜ਼ੀਆਂ ਦੇ ਵਿੱਚ ਕਤਲ ਕਰ ਜਾਂਦੇ ਨੇ, ਉਹ ਗਨ ਕਲਚਰ ਨੂੰ ਖਤਮ ਕਰਨਾ ਸੀ। ਜੇਕਰ ਸਰਕਾਰ ਨੇ ਹੁਣ ਕਦਮ ਚੁੱਕਿਆ, ਚਲੋ ਦੇਰ ਆਏ ਦਰੁਸਤ ਆਏ, ਚੰਗੀ ਗੱਲ ਆ ਜੀ। ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ, ਜੇ ਇਹੀ ਕਦਮ ਅੱਜ ਤੋਂ 10 ਸਾਲ ਜਾਂ 20 ਸਾਲ ਪਹਿਲਾਂ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਸਾਡੇ ਵਿੱਚ ਸਾਡੇ ਜਿਹੜੇ ਸਿੰਗਰ ਨੇ, ਸਿੱਧੂ ਮੂਸੇਵਾਲਾ ਹੋ ਗਿਆ ਜਾਂ ਜਿਵੇਂ ਕਿ ਸੰਦੀਪ ਨੰਗਲੰਬੀਆਂ ਹੋ ਗਏ ਜਿਹੜੇ ਕਿ ਪਲੇਅਰ ਨੇ, ਸ਼ਾਇਦ ਉਹ ਅੱਜ ਸਾਡੇ ਵਿੱਚੋਂ ਨਾ ਜਾਂਦੇ। ਤਾਂ ਇਸ ਦੇ ਉੱਪਰ ਕਾਫੀ ਸਮਾਂ ਪਹਿਲਾਂ ਜਿਹੜੀ ਕਿ ਗੌਰ ਕਰ ਲੈਣੀ ਚਾਹੀਦੀ ਸੀ। ਤੇ ਦੂਸਰੇ ਪਾਸੇ ਜਿਹੜੀ ਕਿ ਗਨ ਕਲਚਰ ਆ, ਗਨ ਕਲਚਰ ਦਾ ਇੱਕ ਅਜਿਹਾ ਦੌਰ ਚੱਲ ਪਿਆ ਕਿ ਹਰ ਇੱਕ
ਹੱਥ ਦੇ ਵਿੱਚ ਫੜ ਕੇ ਫੁਕਰਪੰਥੀ ਦਿਖਾਉਣੀ ਲਾਜ਼ਮੀ ਸਮਝਦਾ। ਪਰ ਦੂਸਰੇ ਪਾਸੇ ਗਨ ਕਲਚਰ ਦੀ ਜਦੋਂ ਗੱਲ ਹੁੰਦੀ ਆ ਤਾਂ ਜਿਹੜੇ ਹਥਿਆਰ ਆਪਣੀ ਆਤਮ ਰੱਖਿਆ ਦੇ ਲਈ ਰੱਖੇ ਜਾਂਦੇ ਨੇ ਤਾਂ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦਾ ਪੂਰਾ ਵੈਰੀਫਾਈ ਕਰਕੇ ਉਹਨਾਂ ਨੂੰ ਲਾਇਸੈਂਸ ਆ ਜਿਹੜੇ ਉਹ ਤਾਂ ਕਰਕੇ ਹੀ ਮੁਹੱਈਆ ਕਰਵਾਉਣੇ ਚਾਹੀਦੇ ਨੇ ਜੀ। ਅਗਲੀ ਖਬਰ ਤੇ ਗੱਲ ਕਰਦੇ ਹਾਂ ਜੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਮੰਗ ਕੀਤੀ ਹੈ ਜੀ ਕਿ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੀ ਜਾਵੇ। ਕੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ? ਜੀ ਹਲੇ ਤੱਕ ਕੋਈ ਪ੍ਰਤੀਕਿਰਿਆ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ, ਪਰ ਦੂਸਰੇ ਪਾਸੇ ਜਿਹੜਾ ਕਿ ਸਿਆਸਤ ਹੈ ਇਸ ਮੁੱਦੇ ਦੇ ਉੱਪਰ ਕਾਫੀ ਗਰਮ ਹੁੰਦੀ ਨਜ਼ਰ ਆ ਰਹੀ ਆ, ਕਿਉਂਕਿ ਸਿਆਸਤ ਦੇ ਵਿੱਚ ਹਰ ਇੱਕ ਵਿਰੋਧੀ ਪਾਰਟੀ ਇਸ ਦੇ ਉੱਪਰ ਜਿਹੜਾ ਕਿ ਨਿਸ਼ਾਨੇ ਸਾਧ ਰਹੀ ਆ, ਕਿਉਂਕਿ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ, ਵਿਰੋਧੀ ਪਾਰਟੀਆਂ ਦਾ ਹੱਕ ਵੀ ਆ ਕਿ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਯਾਦ ਕਰਵਾਇਆ ਜਾਵੇ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ। ਇਹ ਛੋਟੇ ਹੁੰਦੇ ਜਿਹੜੀਆਂ ਕਿ ਕਹਾਵਤਾਂ ਸੀ ਉਹ ਪੜ੍ਹਦੇ ਰਹੇ ਆ, ਪਰ ਜਿਹੜਾ ਚੰਡੀਗੜ੍ਹ ਆ ਉਹ ਹਮੇਸ਼ਾ ਪੰਜਾਬ ਦਾ ਹੀ ਰਿਹਾ ਗਾ। ਜੇ ਅਸੀਂ ਗੱਲ ਕਰਦੇ ਹਾਂ ਹਰਿਆਣੇ ਦੀ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਨੂੰ 10 ਏਕੜ ਜਿਹੜੀ ਜ਼ਮੀਨ ਆ ਉਹ ਵਿਧਾਨ ਸਭਾ ਬਣਾਉਣ ਦੇ ਲਈ ਦਿੱਤੀ ਜਾਵੇ, ਤਾਂ ਦੂਸਰੇ ਪਾਸੇ ਜਿਹੜੀਆਂ ਕਿ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜੀ 10 ਏਕੜ ਦੀ ਉਹ ਮੰਗ ਕਰ ਰਹੇ ਨੇ ਉਹ ਪੰਚਕੂਲੇ ਦੇ ਵਿੱਚ ਕਿਉਂ ਨਹੀਂ ਬਣਾ ਲੈਂਦੇ ਜਿਹੜੀ ਕਿ ਆਪਣੀ ਵਿਧਾਨ ਸਭਾ ਜੇਕਰ ਉਹਨਾਂ ਨੂੰ ਅਲੱਗ ਚਾਹੀਦੀ ਆ। ਜਿਹੜਾ ਚੰਡੀਗੜ੍ਹ ਆ ਵਿਰੋਧੀ ਪਾਰਟੀ ਨੇ ਕਹਿਣਾ ਹੈ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ 28 ਪਿੰਡ ਉਜਾੜ ਕੇ ਬਣਾਇਆ ਗਿਆ ਇੱਕ ਸ਼ਹਿਰ ਸੀ, ਪੰਜਾਬ ਦੀ ਰਾਜਧਾਨੀ ਸੀ। 1966 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੁੰਦੀ ਆ ਤਾਂ ਉਦੋਂ ਪੰਜਾਬ ਦੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਜਾਂਦੇ ਆ, ਪੰਜਾਬ ਦੇ ਕੋਲੋਂ ਚੰਡੀਗੜ੍ਹ ਆ ਜਿਹੜਾ ਉਸ ਨੂੰ ਯੂਟੀ ਬਣਾ ਦਿੱਤਾ ਜਾਂਦਾ, ਪੰਜਾਬ ਦੇ ਕੋਲੋਂ ਜਿਹੜਾ ਕਿ ਹਰਿਆਣਾ ਹਿਮਾਚਲ ਆ ਉਹ ਵੱਖ ਕਰ ਦਿੱਤੇ ਜਾਂਦੇ ਆ। ਤਾਂ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਸਿਆਸਤ ਲਾ ਲਓ ਜਾਂ ਫਿਰ ਇਸ ਨੂੰ ਤੁਸੀਂ ਇਹ ਲਾ ਲਓ ਕਿ ਜਦੋਂ ਇਲੈਕਸ਼ਨਾਂ ਦਾ ਟਾਈਮ ਹੁੰਦਾ ਉਦੋਂ ਤਾਂ ਇਹ ਮੁੱਦੇ ਉਭਾਰੇ ਹੀ ਜਾਂਦੇ ਨੇ, ਬੇਸ਼ੱਕ ਉਹ ਪਾਣੀਆਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ ਜੀ। ਜੇਕਰ ਗੱਲ ਕੀਤੀ ਜਾਵੇ ਪਾਣੀਆਂ ਦੇ ਮੁੱਦੇ ਦੀ, SYL ਦੇ ਮੁੱਦੇ ਦੀ, ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ? ਪਿਛਲੇ ਦਿਨੀ ਜਿਹੜੀ ਕਿ ਮੀਟਿੰਗ ਹੋਈ ਹੈਗੀ ਦੋਨੋਂ ਮੁੱਖ ਮੰਤਰੀ ਦੀ, ਪੰਜਾਬ ਦੇ ਮੁੱਖ ਮੰਤਰੀ ਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿ ਪੰਜਾਬ ਦੇ ਕੋਲ ਹਰਿਆਣੇ ਦੇ ਲਈ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਪੰਜਾਬ ਦੇ ਕੋਲ ਇੱਕ ਵੀ ਤੌਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਰ ਉੱਥੇ ਹੀ ਜਦੋਂ ਤੁਸੀਂ ਇੱਕ ਭਾਸ਼ਣ ਸੁਣਿਆ ਹੋਣਾ ਸਿੱਧੂ ਮੂਸੇਵਾਲੇ ਦਾ ਗੀਤ ਵੀ ਆਉਂਦਾ SYL ਦੇ ਵਿੱਚ ਉਹਨਾਂ ਦਾ ਹਰਿਆਣੇ ਦਾ ਜਿਹੜਾ ਕਿ ਇੱਕ ਮੇਨ ਬੰਦਾ ਹੁੰਦਾ ਆਮ ਆਦਮੀ ਪਾਰਟੀ ਦਾ, वो ये कहना नजर आता कि पंजाब में हमारी सरकार बन गई है, हरियाणा में हमारी सरकार बनेगी, 2024 में हर एक खेत में पानी की बूंद बूंद होगी। तो ਇਹਦਾ ਜਿਹੜਾ ਕਿ ਮਤਲਬ ਉਹ ਕੀ ਬਣਦਾ, ਉੱਥੇ ਕਿਉਂ ਨਹੀਂ ਸਟੈਂਡ ਲੈ ਰਹੇ ਮੁੱਖ ਮੰਤਰੀ ਸਾਹਿਬ? ਇੱਕ ਵਾਰ ਉਹਨਾਂ ਨੇ ਇਹ ਕਹਿਤਾ ਹੈਗਾ ਕਿ ਅਸੀਂ SYL ਦੇ ਰਾਹੀਂ ਪਾਣੀ ਨਹੀਂ ਦੇਵਾਂਗੇ, ਪਰ ਜਿਹੜਾ ਦੂਸਰਾ ਪਾਣੀ ਜਾ ਰਿਹਾ, ਜਿੱਦਾਂ ਕਿ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਤੁਸੀਂ ਇਹ ਦੇਖੋ ਕਿ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ। ਪਾਣੀਆਂ ਦਾ ਮੁੱਦਾ ਕੀ ਇੱਦਾਂ ਨਹੀਂ ਹੈਗਾ ਜਿਵੇਂ ਕਿ ਹੁਣ ਜਿਹੜੇ ਵੱਡੇ ਸਾਇੰਸਦਾਨ ਨੇ ਜਾਂ ਜਿਹੜੇ ਵੱਡੇ ਸਮਾਜ ਸੇਵੀ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪੰਜਾਬ ਦੇ ਵਿੱਚ ਜਵਾਨੀ ਵੀ ਆ ਜਿਹੜੀ ਉਹ 15 ਸਾਲ ਦੀ ਰਹਿ ਗਈ ਆ, ਜਿਹੜਾ ਪਾਣੀ ਆ ਉਹ ਵੀ 15 ਸਾਲ ਦਾ ਰਹਿ ਗਿਆ। ਜਵਾਨੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਵੀ ਗੱਲ ਹੋ ਰਹੀ ਆ, ਤਾਂ ਡਾਕਟਰ ਧਰਮਵੀਰ ਗਾਂਧੀ ਵੀ ਇਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਪੰਜਾਬ ਆ ਉਸ ਨੂੰ ਬੰਜਰ ਬਣਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ। ਪੰਜਾਬ ਜਿਹੜਾ ਕਿ ਹਮੇਸ਼ਾ ਹਿੱਕ ਡਾ ਕੇ ਲੜਦਾ ਰਿਹਾ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੀ। ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੋ ਕਿ 5 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ, ਕਿਸਾਨ ਮੋਰਚੇ ਦੇ ਆਗੂ ਨੇ, ਸੋ ਉਹਨਾਂ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੱਥੇ ਅਸੀਂ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਰਹੇ ਹਾਂ, ਸਾਡੀਆਂ ਮੰਗਾਂ ਸੀ ਜਿਹੜੀਆਂ ਉਹ ਦਿੱਲੀ ਸਰਕਾਰ ਤੋਂ ਸੀ, ਉੱਥੇ ਓਨੀਆਂ ਹੀ ਮੰਗਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਪਾਰਟੀ ਤੋਂ ਨੇ। ਤਾਂ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਏ ਨੇ। ਤਾਂ ਕੱਲ ਜਦੋਂ ਉਹਨਾਂ ਦੇ ਕੋਲ ਕੁਲਤਾਰ ਸਿੰਘ ਸੰਧਵਾਂ ਜੀ ਪਹੁੰਚੇ ਤਾਂ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਉਹਨਾਂ ਨੇ ਇਹੋ ਹੀ ਗੱਲਾਂ ਕਰੀਆਂ। ਤਾਂ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰੀ ਤਾਂ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉਹਨਾਂ ਦਾ ਕੋਈ ਰੁੱਖ ਨਹੀਂ ਲੱਗਿਆ ਕਿ ਉਹ ਸਰਕਾਰ ਦੇ ਵੱਲੋਂ ਆਏ ਨੇ, ਉਹ ਤਾਂ ਇੱਕ ਆਮ ਭਾਈਚਾਰਾ ਨਿਭਾਉਣ ਆਏ ਨੇ। ਉੱਥੇ ਹੀ
ਕਰਤਾਰ ਸਿੰਘ ਸੰਧਵਾ ਜਿਹੜੇ ਕਿ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ, ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਅਸੀਂ ਆਪਣੇ ਭਾਈਚਾਰੇ ਦੇ ਤੌਰ ਤੇ ਆਏ ਆ, ਤਾਂ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਗੌਰ ਕਰਾਂਗੇ ਜੀ। ਤਾਂ ਦੂਸਰੇ ਪਾਸੇ ਜਦੋਂ ਅਸੀਂ ਡੱਲੇਵਾਲ ਦੇ ਨਾਲ ਗੱਲ ਕਰਦੇ ਹਾਂ ਤਾਂ ਡੱਲੇਵਾਲ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿੰਨਾ ਟਾਈਮ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਮਰਨ ਵਰਤ ਨਹੀਂ ਤੋੜਾਂਗੇ। ਤਾਂ ਉੱਥੇ ਹੀ ਡੱਲੇਵਾਲ ਦਾ ਇਹ ਵੀ ਕਹਿਣਾ ਗਾ ਕਿ ਜੇਕਰ ਸਾਨੂੰ ਧੱਕੇ ਨਾਲ ਜਾਂ ਸਾਨੂੰ ਇੱਦਾਂ ਕੋਈ ਚੁੱਕ ਕੇ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕਰੇਗਾ, ਜਾਂ ਡਾਕਟਰਾਂ ਦੀ ਟੀਮ ਵੀ ਆਈ ਸੀ ਤਾਂ ਉਹਨਾਂ ਨੇ ਡਾਕਟਰਾਂ ਦੀ ਟੀਮ ਨੂੰ ਵੀ ਸਾਫ਼ ਜਵਾਬ ਦੇ ਦਿੱਤਾ ਕਿ ਇਸ ਜਿੰਨਾ ਟਾਈਮ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਦੇ ਉੱਪਰ ਡੱਲੇਵਾਲ ਸਾਹਿਬ ਅੜੇ ਹੋਏ ਨੇ, ਫਰੀਦਕੋਟ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਨੇ, ਭੁੱਖ ਮਰਨ ਵਰਤ ਤੇ ਬੈਠੇ ਨੇ, ਤਾਂ ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਸਾਡੀਆਂ ਮੰਗਾਂ ਜਿੰਨਾ ਟਾਈਮ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਇੱਥੋਂ ਜਿਹੜਾ ਕਿ ਇਹ ਧਰਨਾ ਜਾਂ ਮਰਨ ਵਰਤਾ ਨਹੀਂ ਤੋੜਾਂਗੇ। ਜੀ ਬਿਲਕੁਲ, ਡੱਲੇਵਾਲ ਜੀ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਨੇ ਉਹਨਾਂ ਨਾਲ ਕੋਝੀ ਸਾਜ਼ਿਸ਼ ਕੀਤੀ ਹੈ, ਕੋਝੀ ਚਾਲ ਚੱਲੀ ਹੈ ਕਿ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ। ਨਹੀਂ, ਫਿਲਹਾਲ ਦੇ ਲਈ ਇਕੱਲੇ ਡੱਲੇਵਾਲ ਸਾਹਿਬ ਹੀ ਨੇ, ਤਾਂ ਉਹਨਾਂ ਦੇ ਹਮਾਇਤ ਦੇ ਵਿੱਚ ਹਲੇ ਤੱਕ ਕੋਈ ਵੀ ਆਗੂ ਨਹੀਂ ਨਿੱਤਰ ਕੇ ਸਾਹਮਣੇ ਆਇਆ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਸੀ ਉਦੋਂ ਜਿਹੜੀਆਂ ਪੰਜਾਬ ਦੀਆਂ 32 ਤੇ 30 ਜਥੇਬੰਦੀਆਂ ਸੀ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਦਿਸੀਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਜਿਹੜਾ ਅੰਦੋਲਨ ਆ ਉਹ ਪੰਜਾਬ ਦੇ ਲਈ ਫਤਿਹ ਮਾਰਚ ਦੇ ਰੂਪ ਦੇ ਵਿੱਚ ਵਾਪਸ ਆਇਆ, ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਪਾਰਟੀਆਂ ਸੀ ਜਾਂ ਜਿਹੜੀਆਂ ਜਥੇਬੰਦੀਆਂ ਸੀ ਇਹ ਅਲੱਗ-ਅਲੱਗ ਹੋ ਗਈਆਂ ਸੀ। ਇਹਨਾਂ ਦੀ ਵਿਚਾਰਧਾਰਾ ਜਦੋਂ ਇਹਨਾਂ ਨੂੰ ਸਵਾਲ ਕਰਦੇ ਤਾਂ ਇਹ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਅਲੱਗ ਆ, ਉਹਨਾਂ ਦੀ ਵਿਚਾਰਧਾਰਾ ਅਲੱਗ ਆ। ਇੱਕ ਝੰਡੇ ਥੱਲੇ ਕਦੇ ਵੀ ਇਹ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਇਹ ਜਥੇਬੰਦੀਆਂ ਇਕੱਠੀਆਂ ਹੋਣ ਦਾ ਕਾਰਨ ਇਹ ਸੀ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਵੀ ਆਪੋ ਆਪਣੇ ਝੰਡੇ ਲੈ ਕੇ ਗਏ ਸੀ ਇਹ, ਤਾਂ ਇਹਨਾਂ ਦਾ ਇਕੱਠੇ ਹੋਣ ਦਾ ਇਹੋ ਕਾਰਨ ਸੀ ਕਿ ਅੱਜ ਪੰਜਾਬ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਚਾਉਣ ਦੀ ਲੋੜ ਆ। ਦਿੱਲੀ ਦੇ ਬਾਰਡਰਾਂ ਤੇ ਇਸੇ ਕਰਕੇ ਇਕੱਠੇ ਹੋ ਕੇ ਬੈਠੇ ਸੀ। ਪਰ ਡੱਲੇਵਾਲ ਦੇ ਹੱਕ ਦੇ ਵਿੱਚ ਹਲੇ ਤੱਕ ਕੋਈ ਵੀ ਕਿਸਾਨ ਲੀਡਰ ਜਾਂ ਕੋਈ ਵੀ ਕਿਸਾਨ ਆਗੂ ਨਹੀਂ ਨਿਤਰਿਆ। ਤਾਂ ਦੂਸਰੇ ਪਾਸੇ ਜਿਹੜੇ ਦੂਸਰੇ ਕਿਸਾਨ ਆਗੂ ਨੇ ਉਹਨਾਂ ਦਾ ਇਹੋ ਕਹਿਣਾ ਗਾ ਕਿ ਅਸੀਂ 30 ਦਸੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਚੰਡੀਗੜ੍ਹ ਨੂੰ ਜਾਵਾਂਗੇ ਤੇ 26 ਨਵੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਆ ਉਹ ਗਵਰਨਰ ਹਾਊਸ ਵੱਲ ਕੂਚ ਕਰਾਂਗੇ ਜਦੋਂ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ। ਤਾਂ ਦੂਸਰੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਜਦੋਂ ਦਿੱਲੀ ਦੇ ਬਾਰਡਰਾਂ ਤੋਂ ਇਹ ਵਾਪਸ ਪਰਤੇ ਤਾਂ ਆਉਂਦਿਆਂ ਹੀ ਕੁਝ ਕੁ ਜਥੇਬੰਦੀਆਂ ਨੇ ਸਿਆਸੀ ਤੌਰ ਤੇ ਵਿਚਰਨਾ ਸ਼ੁਰੂ ਕਰ ਦਿੱਤਾ ਤੇ ਸਿਆਸੀ ਜਿਹੜੀ ਕਿ ਆਪਣੀ ਇੱਕ ਪਾਰਟੀ ਆ ਉਹ ਵੀ ਬਣਾਈ ਸੀਗੀ ਸੰਯੁਕਤ ਸਮਾਜ ਮੋਰਚਾ, ਤਾਂ ਜਿਸ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਜਿੱਤ ਹਾਸਲ ਨਹੀਂ ਹੋਈ ਤੇ ਸਭ ਦੀਆਂ ਤਕਰੀਬਨ ਕੇ ਜ਼ਮਾਨਤਾਂ ਜਿਹੜੀਆਂ ਕਿ ਉਹ ਜ਼ਬਤ ਹੋਈਆਂ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ ਜੀ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਸ ਤੇ ਪਰਚੇ ਕੀਤੇ ਜਾਣਗੇ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਦਮ ਚੁੱਕਿਆ ਗਿਆ ਕਿ ਗਨ ਕਲਚਰ ਜਿਹੜਾ ਕਿ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਕਈ ਥਾਣਿਆਂ ਦੇ ਵਿੱਚ ਪਰਚੇ ਵੀ ਦਰਜ ਹੋਣੇ ਸ਼ੁਰੂ ਹੋ ਗਏ ਨੇ। 6 ਲੋਕਾਂ ਦੇ ਉੱਪਰ 4 ਲੋਕਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਹੋਇਆ ਤੇ 2 ਲੋਕਾਂ ਦੇ ਉੱਪਰ ਅਣਪਛਾਤਿਆਂ ਦੇ ਤੌਰ ਤੇ ਪਰਚਾ ਦਰਜ ਹੋਇਆ। SYL ਦੇ ਮੁੱਦੇ ਦੀ ਤਾਂ ਇਸ ਸਮੇਂ ਹਰਿਆਣਾ ਦਾ ਕੀ ਰੁਖ ਹੈ ਤੇ ਪੰਜਾਬ ਦੀ ਉਸ ਉੱਤੇ ਕੀ ਪ੍ਰਤੀਕਿਰਿਆ। ਚਲੋ ਚੰਗੀ ਗੱਲ ਆ, ਸਟੈਂਡ ਲੈਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਹੀਂ ਹੈਗਾ ਦੂਸਰੇ ਸੂਬਿਆਂ ਦੇ ਲਈ। ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਅਮਰਤਪਾਲ ਸਿੰਘ ਦਾ ਵੀ ਇਹੋ ਬਿਆਨ ਆਉਂਦਾ ਕਿ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਉਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ ਸਾਨੂੰ, ਕਿਉਂ ਨਹੀਂ ਉਸ ਦਾ ਬਣਦਾ ਹੱਕ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਧਰਤੀ ਹੇਠਲਾ ਪਾਣੀ ਵੀ 15 ਸਾਲਾਂ ਤੱਕ ਖਤਮ ਹੋ ਜਾਂਦਾ ਕਿਉਂਕਿ ਰੈੱਡ ਜ਼ੋਨ ਤੇ ਜਾਇਆ ਪਿਆ ਹੈਗਾ, ਤੇ ਦੂਸਰੇ ਪਾਸੇ ਜਿਹੜਾ ਕਿ ਜਵਾਨੀ ਆ ਉਹ ਵੀ ਜਹਾਜ਼ ਭਰ ਬਾਹਰ ਨੂੰ ਜਾ ਰਹੀ ਆ। ਤਾਂ ਇੱਥੇ ਕਹਿੰਦੇ ਕਿ ਵੀ ਪੰਜਾਬ ਆ ਜਿਹੜਾ ਉਹ ਬੰਜਰ ਬਣਨ ਦੀ ਕਗਾਰ ਤੇ ਆ। ਕੀ ਇਕੱਲੇ ਡੱਲੇਵਾਲ ਸਾਹਿਬ ਹੀ ਬੈਠੇ ਨੇ ਕਿਸਾਨ ਮੋਰਚੇ ਦੇ ਉੱਤੇ ਜਾਂ ਫਿਰ ਹੋਰ ਵੀ ਆਗੂ ਆਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਕਰਦੇ ਹਾਂ ਪੰਜਾਬ ਦੀ ਸਮੀਖਿਆ। ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਜੋ ਕਿ ਇਸ ਸਮੇਂ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਹਰਜਿੰਦਰ ਜੀ, ਪੰਜਾਬ ਦੇ ਕਾਫੀ ਸਾਰੇ ਮਸਲਿਆਂ 'ਚ ਵਿਚਾਰਨੇ ਜੀ ਆਪਾਂ ਨੇ। ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਖਾਲਸਾ ਵਹੀਰ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ। ਸੋ ਕੀ ਅੱਜ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਕੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜਾਂ ਫਿਰ ਅਜੇ ਹੋਣਾ ਹੈ? ਤੇ ਇਹ ਜਿਹੜਾ ਨਗਰ ਕੀਰਤਨ ਹੈ ਇਸ ਦਾ
ਖਾਸ ਕਰਕੇ ਜਿਹੜਾ ਪ੍ਰਵਾਹ ਕਿਸ ਸਾਈਡ ਤੋਂ ਜਾਂ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ? ਜੀ, ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਅੱਜ ਸ਼ੁਰੂ ਹੋਣਾਗਾ, ਉਹ ਸਵੇਰੇ 9 ਵਜੇ ਦਾ ਸਮਾਂ ਗਾ ਜਿਹੜਾ ਕਿ ਉੱਥੋਂ ਸ਼ੁਰੂ ਹੋਣਾ। ਤਾਂ ਉਸ ਦੇ ਵਿੱਚ ਇੱਕ ਉਹਨਾਂ ਨੇ ਅਹਿਮ ਜਿਹੜੀ ਕਿ ਗੱਲ ਦੱਸੀ ਗਈ ਹੈ, ਕਹਿੰਦੇ ਕਿ ਵੀ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ। ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਦਿਸ ਗਿਆ ਤਾਂ ਉਸ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇ, ਕਿਉਂਕਿ ਇਹ ਵਾਰਸ ਪੰਜਾਬ ਦੀ ਜਥੇਬੰਦੀ ਦਾ ਜੋ ਪੇਜ ਆ ਉਸ ਦੇ ਉੱਪਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਤਾਂ ਜੇਕਰ ਅਸੀਂ ਖਾਲਸਾ ਵਹੀਰ ਦੀ ਗੱਲ ਕਰਦੇ ਹਾਂ, ਖਾਲਸਾ ਵਹੀਰ ਦੇ ਵਿੱਚ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਣਾ ਤਾਂ ਜੰਡਿਆਲਾ ਗੁਰੂ ਦੇ ਵਿੱਚ ਜਾ ਕੇ ਇਹਨਾਂ ਦਾ ਪਹਿਲਾ ਪੜਾਅ ਹੋਏਗਾ, ਜਿਸ ਪੜਾਅ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਰਾਤ ਨੂੰ ਦੀਵਾਨ ਸਜਾਵਾਂਗੇ ਤਾਂ ਸਵੇਰ ਦੇ ਸਮੇਂ ਉੱਥੇ ਅੰਮ੍ਰਿਤ ਸੰਚਾਰ ਕਰਕੇ ਫਿਰ ਅੱਗੇ ਜਿਹੜਾ ਪੜਾਅ ਹੋਊਗਾ ਬਾਬਾ ਬਕਾਲਾ ਸਾਹਿਬ ਦਾ, ਤਾਂ ਉੱਥੋਂ ਰਵਾਨਾ ਹੋਵਾਂਗੇ। ਇਹ ਜਿਹੜੀ ਖਾਲਸਾ ਵਹੀਰ ਆ, ਇਸ ਦਾ ਇੱਕ ਖਾਸ ਮਤਲਬ ਵੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਸਭਾ ਦੇ ਦਿਨ ਆ ਰਹੇ ਨੇ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਕਿ ਕਿਲ੍ਹਾ ਗਾ ਉੱਥੇ ਪਹੁੰਚਣਾਗਾ, ਜਿਹੜਾ ਕਿ 8 ਪੋਹ ਤੱਕ ਇਹਨਾਂ ਦਾ ਟਾਰਗੇਟ ਆ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਕਿਉਂਕਿ ਇਹ ਪਹਿਲੀ ਵਹੀਰ ਹੋਊਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ 8 ਪੋਹ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਾਰਗ ਤੇ ਗਏ ਸੀ